NRI ਵੱਲੋਂ ਹੋਣਹਾਰ ਵਿਦਿਆਰਥੀਆਂ ਅਤੇ ਟੀਚਰਾਂ ਦੀ ਵਧੀਆ ਕਾਰਗੁਜ਼ਾਰੀ ਕਰਕੇ ਸੋਨੇ ਨਾਲ ਕੀਤਾ ਸਨਮਾਨ। ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਵਿਖੇ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ NRI ਸੁਰਿੰਦਰਪਾਲ ਸਿੰਘ ਭੰਗਲ UK ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਸੁਨੀਤਾ, ਅਮਨਦੀਪ ਕੌਰ, ਪ੍ਰੀਤੀ ਨੂੰ ਸੋਨੇ ਦੇ ਟੌਪਸ ਦੇ ਕੇ ਸਨਮਾਨ ਕੀਤਾ ਗਿਆ। ਯੁਵਾ ਸਟੇਟ ਅਵਾਰਡੀ ਨੀਰਜ ਕੁਮਾਰੀ ਨੂੰ ਸੋਨੇ ਦੀ ਮੁੰਦਰੀ ਅਤੇ ਪਰਮਿੰਦਰ ਸਿੰਘ ਸਟੇਟ ਅਵਾਰਡੀ ਨੂੰ ਘੜੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ DSS ਸਤਨਾਮ ਸਿੰਘ, ਵਰਿੰਦਰ ਬੰਗਾ, DM BM ਗੁਰਨਾਮ ਸਿੰਘ, ਮਾਹੀ BM ਸੁਖਵਿੰਦਰ ਲਾਲ, ਡਾਕਟਰ ਜਸਵਿੰਦਰ ਸਿੰਘ ਸੰਧੂ, BM ਸਕੂਲ ਦਾ ਸਮੂਹ ਸਟਾਫ, ਪ੍ਰਾਇਮਰੀ ਸਕੂਲ ਦੇ ਅਧਿਆਪਕ, ਕੁੱਕ ਕਮ ਹੈਲਪਰ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। DSS ਸਤਨਾਮ ਸਿੰਘ ਨੇ ਦੱਸਿਆ ਕਿ ਭੰਗਲ ਖੁਰਦ ਸਕੂਲ ਜ਼ਿਲ੍ਹੇ ਦਾ ਨੰਬਰ 1 ਸਕੂਲ ਹੈ। NRI ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਸਕੂਲ ਸਟਾਫ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦਾ ਸਾਥ ਦੇਵਾਂਗੇ ਅਤੇ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ। ਸਕੂਲ ਮੁਖੀ ਪਰਮਿੰਦਰ ਸਿੰਘ ਸਟੇਟ ਅਵਾਰਡੀ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਰਿੰਦਰਪਾਲ ਸਿੰਘ ਭੰਗਲ, ਰੇਸ਼ਮ ਸਿੰਘ, ਕੇਸਰ ਰਾਮ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਚੈਨਲ ਤੇ ਅਸ਼ੋਕ ਦੁੱਗਲ ਤੇ ਮਨਦੀਪ ਦੁੱਗਲ ਦੀ ਭੰਗਲ ਖੁਰਦ ਤੋਂ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਅਮਰਗੜ੍ਹ ਵਿਖੇ ਸ਼੍ਰੀ ਸੁਰਿੰਦਰਪਾਲ ਸਿੰਘ ਜੀ UK ਅਤੇ ਸਰਦਾਰ ਰੇਸ਼ਮ ਸਿੰਘ ਭੰਗਲ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਫੰਕਸ਼ਨ ਕਰਵਾਇਆ ਜਾ ਰਿਹਾ ਤੇ ਅਸੀਂ ਇਸ ਫੰਕਸ਼ਨ ਦੇ ਵਿੱਚ ਸ਼੍ਰੀ ਸੁਰਿੰਦਰਪਾਲ ਜੀ ਭੰਗਲ, ਰੇਸ਼ਮ ਸਿੰਘ ਜੀ ਭੰਗਲ, ਸਾਡੇ ਸਰਪੰਚ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਚਾਹਲ, ਬਲਿਹਾਰ ਸਿੰਘ ਜੀ ਪੰਚ, ਸਾਬਕਾ ਸਰਪੰਚ ਸ਼੍ਰੀ ਕੇਸਰ ਰਾਮ ਜੀ, ਬੂਟਾ ਰਾਮ ਜੀ ਚੇਅਰਮੈਨ, SMC ਕਮੇਟੀ ਸਰਕਾਰੀ ਮਿਡਲ ਸਕੂਲ ਅਮਰਗੜ੍ਹ, ਗੁਰਬਖਸ਼ ਕੌਰ ਚੇਅਰਮੈਨ SMC ਸਰਕਾਰੀ ਪ੍ਰਾਇਮਰੀ ਸਕੂਲ ਅਮਰਗੜ੍ਹ, ਸ਼੍ਰੀ ਗੁਰਨਾਮ ਮਾਹੀ ਜੀ PM ਜੀ, ਸੁਖਵਿੰਦਰ ਲਾਲ ਜੀ PM, ਡਾਕਟਰ ਜਸਵਿੰਦਰ ਸਿੰਘ ਸੰਧੂ ਜੀ, ਜੋ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਬਤੌਰ ਮਾਸਟਰ ਕੋਆਰਡੀਨੇਟਰ ਜਿਹੜੀਆਂ ਸੇਵਾਵਾਂ ਦੇ ਰਹੇ ਆ, ਉਹਨਾਂ ਦਾ ਇਸ ਸਮਾਗਮ ਦੇ ਵਿੱਚ ਵੈਲਕਮ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਸਮਾਗਮ ਦੇ ਲਈ ਆਪਣਾ ਬਹੁਤ ਹੀ ਗੁਰਮੁਖਲਾ ਸਮਾਂ ਕੱਢਦੇ ਹੋਏ ਇਸ ਸਕੂਲ ਦੇ ਵਿੱਚ ਸ਼ਿਰਕਤ ਕੀਤੀ ਆ। ਸਭ ਤੋਂ ਪਹਿਲਾਂ ਸਰਦਾਰ ਸੁਰਿੰਦਰਪਾਲ ਜੀ ਭੰਗਲ, ਜਿਨ੍ਹਾਂ ਨੇ ਇਸ ਸਕੂਲ ਲਈ ਬਹੁਤ ਵੱਡੇ ਉਪਰਾਲੇ ਪਿਛਲੇ ਸਮਿਆਂ ਦੇ ਵਿੱਚ ਕਰਦੇ ਰਹੇ ਆ ਤੇ ਹੁਣ ਵੀ ਕਰ ਰਹੇ ਆ। ਸਰਦਾਰ ਰੇਸ਼ਮ ਸਿੰਘ ਜੀ ਭੰਗਲ, ਜਿਨ੍ਹਾਂ ਤੇ ਸਰਦਾਰ ਰਣਜੀਤ ਸਿੰਘ ਜੀ ਭੰਗਲ ਸਰਪੰਚ, ਜਿਨ੍ਹਾਂ ਦੇ ਉਪਰਾਲਿਆਂ ਦੇ ਨਾਲ ਇਸ ਜਿਹੜਾ ਸਕੂਲ ਆ ਉਹ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਆ। ਉਹਨਾਂ ਵੱਲੋਂ ਜੋ ਇਹ ਫੰਕਸ਼ਨ ਕੀਤਾ ਜਾ ਰਿਹਾ ਆ ਬਹੁਤ ਹੀ ਸ਼ਲਾਘਾਯੋਗ ਆ। ਉਹਨਾਂ ਵੱਲੋਂ ਇਹ ਚੀਜ਼ ਜਿਹੜੀ ਆ ਸਕੂਲ ਦੀਆਂ ਟੀਚਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਰੇ ਸਕੂਲ ਪ੍ਰਬੰਧ ਲਈ ਜੋ ਵੀ ਇੱਥੇ ਚਾਹੇ ਉਹ ਟੀਚਰ ਸਾਹਿਬਾਨ ਆ, ਚਾਹੇ ਮਿਡ ਡੇ ਮੀਲ ਵਰਕਰ ਆ, ਚਾਹੇ ਜੋ PTA ਦੇ ਵਿੱਚ ਰੱਖੇ ਹੋਏ ਟੀਚਰ ਸਾਹਿਬਾਨ ਆ, ਸਾਰਿਆਂ ਲਈ ਉਹਨਾਂ ਨੇ ਜੋ
ਇਹ ਉਪਰਾਲਾ ਕੀਤਾ, ਬਹੁਤ ਵੱਡਾ ਉਪਰਾਲਾ ਆ, ਬਹੁਤ ਸ਼ਲਾਘਾਯੋਗ ਆ ਤੇ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਕਰਦੇ ਹਾਂ ਤੇ ਉਹਨਾਂ ਦੀ ਇਸ ਉਪਰਾਲੇ ਲਈ ਹਮੇਸ਼ਾ ਉਹਨਾਂ ਦੇ ਰਿਣੀ ਵੀ ਦੇਵਾਂਗੇ। ਸਾਰੇ ਬੱਚੇ ਇੱਕ ਵਾਰੀ ਜ਼ੋਰਦਾਰ ਕਲੈਪਿੰਗ ਕਰ ਲਈਏ। ਸਾਡੇ ਮਾਨਯੋਗ ਸਰਪੰਚ ਸਾਹਿਬ ਸ਼੍ਰੀ ਰਣਜੀਤ ਸਿੰਘ ਚਾਹਲ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਚੰਦ ਸ਼ਬਦ ਸਰਵਣਾ ਦੇ ਵੈਲਕਮ ਤੇ ਲੈ ਜਾਣ। ਥੈਂਕ ਯੂ। ਇਹਨਾਂ ਨਾਲ ਜਿਹੜੇ ਸਾਡੇ ਬਹੁਤ ਵਿਅਕਤੀ ਸਾਰੇ ਬੈਠੇ ਆ, ਉਹਨਾਂ ਸਕੂਲਾਂ ਦੇ ਟੀਚਰ, ਮਿਡਲ ਅਤੇ ਪ੍ਰਾਇਮਰੀ ਦੇ ਬਹੁਤ, ਜਦੋਂ ਸਾਨੂੰ ਪਤਾ ਲੱਗਾ ਕਿ ਉਪਰਾਲਾ ਕਰ ਰਹੇ ਆ, ਬਹੁਤ ਵਧੀਆ ਉਪਰਾਲਾ ਹੈ। ਕਿਸੇ ਦਾ ਹੌਸਲਾ ਵਧਾਉਣਾ, ਜੋ ਕੋਈ ਮਿਹਨਤ ਕਰਦਾ ਉਹ ਦੁੱਗਣਾ ਬੰਦਾ ਹੋ ਜਾਂਦਾ। ਸੋ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਇਹ ਨਹੀਂ ਕੰਮ ਕੀਤਾ ਟੀਚਰਾਂ ਨੂੰ ਸਨਮਾਨ ਕਰਨ ਦਾ, ਤੇ ਬਹੁਤ ਵਧੀਆ ਉਪਰਾਲਾ ਹੈਗਾ ਆ। ਬੱਚੋ ਤੁਹਾਨੂੰ ਵੀ ਕੁਝ ਸਨਮਾਨ ਕਰੋਗੇ। ਮੈਂ ਬਹੁਤਾ ਕੁਝ ਨਹੀਂ ਕਹਿੰਦਾ ਹੋਇਆ ਸਮਝਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਤੇ ਪਿੰਡ ਵਾਸੀਆਂ ਨੂੰ ਪਤਾ ਆ ਕਿ ਸਰਦਾਰ ਪਰਮਿੰਦਰ ਸਿੰਘ ਜੀ ਭੰਗਲ ਜੋ ਇਸ ਸਕੂਲ ਨੂੰ ਪਿਛਲੇ ਮੇਰੇ ਖਿਆਲ 15-18 ਸਾਲ ਹੋ ਗਏ ਇਹਨਾਂ ਨੂੰ ਸੇਵਾਵਾਂ ਦੇ ਰਹੇ ਆ। ਬਹੁਤ ਵੱਡੀ ਹੈ ਉਹਨਾਂ ਨੇ ਉਪਰਾਲੇ ਕੀਤੇ ਆ ਤੇ ਤੁਹਾਡੇ ਪਿੰਡ ਦੇ ਹੀ ਵਸਨੀਕ ਇਸੇ ਸਕੂਲ ਦੇ ਸਟੂਡੈਂਟ ਮੈਡਮ ਵੀਰ ਕੁਮਾਰੀ, ਉਹ ਵੀ ਇਸ ਸਕੂਲ ਤੋਂ ਹੀ ਪੜ੍ਹ ਕੇ ਇਸੇ ਸਕੂਲ ਦੇ ਵਿੱਚ ਸੇਵਾਵਾਂ ਦੇ ਰਹੇ ਆ ਤੇ ਇੱਕ ਬਹੁਤ ਵੱਡੀ ਉਪਲਬਧੀ ਆ। ਤੁਸੀਂ ਦੇਖੋ ਕਿ ਇਸੇ ਸਕੂਲ ਦੇ ਵਿੱਚੋਂ ਪੜ੍ਹ ਕੇ ਔਰ ਇਸੇ ਸਕੂਲ ਦੇ ਵਿੱਚ ਜਿਹੜਾ ਇੱਕ ਜੌਬ ਕਰਨਾ, ਸਰਕਾਰੀ ਜੌਬ ਲੈਣਾ, ਮੈਂ ਕਹਿੰਦਾ ਇੱਕ ਪਿੰਡ ਲਈ ਤੇ ਇਸ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਆ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦੋਨਾਂ ਟੀਚਰ ਜਿਹੜੇ ਇਹਨਾਂ ਨੇ ਆਪਣੇ ਲਈ ਸਟੇਟ ਅਵਾਰਡ ਲੈ ਕੇ ਔਰ ਇਸ ਸਕੂਲ ਦਾ ਔਰ ਪਿੰਡ ਦਾ ਨਾਮ ਰੋਸ਼ਨ ਕੀਤਾ ਆ। ਇਸ ਅੱਜ ਦੇ ਇਸ ਫੰਕਸ਼ਨ ਦੇ ਮੁੱਖ ਮਹਿਮਾਨ ਸੁਰਿੰਦਰਪਾਲ ਸਿੰਘ ਜੀ ਭੰਗਲ, ਸਰਪੰਚ ਰਣਜੀਤ ਸਿੰਘ ਜੀ ਤੇ ਬਲਵਿੰਦਰ ਜੀ ਹੈਡ ਟੀਚਰ, ਸੰਧੂ ਸਾਹਿਬ ਤੇ ਹੋਰ ਸਿੱਖਿਆ ਵਿਭਾਗ ਨਾਲ ਜੁੜੀਆਂ ਸ਼ਖਸੀਅਤਾਂ ਜੋ ਇੱਥੇ ਪਹੁੰਚੀਆਂ, ਉਹਨਾਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਪ੍ਰਾਇਮਰੀ ਦੇ ਟੀਚਰ ਜਿਹੜੇ ਹੁਣ ਮੇਰੇ ਤੋਂ ਪਹਿਲਾਂ ਮੁੜ ਕੇ ਗਏ ਆ, ਇਹ ਵੀ ਸੁਭਾਅ ਬਹੁਤ ਹੱਸਮੁਖ ਤੇ ਬੱਚਿਆਂ ਲਈ ਬਹੁਤ ਮਿਹਨਤ ਕਰ ਰਹੇ ਆ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਬੱਚਿਓ, ਅੱਜ ਦੇ ਫੰਕਸ਼ਨ ਦਾ ਜਿਹੜਾ ਕ੍ਰੈਡਿਟ ਆ ਇਹ ਸਾਡੇ ਸਕੂਲ ਦੇ ਮਾਸਟਰ ਸਾਹਿਬ ਪਰਵਿੰਦਰ ਸਿੰਘ ਜੀ ਨੂੰ ਜਾਂਦਾ, ਕਿਉਂਕਿ ਇਹ ਮੀਡੀਆ ਨਾਲ ਬਹੁਤ ਲਗਾਵ ਰੱਖਦੇ ਆ ਤੇ ਸਕੂਲ ਲਈ ਬਹੁਤ ਮਿਹਨਤ ਕਰ ਰਹੇ ਆ। ਜਦੋਂ ਸਕੂਲ ਲਈ ਮਿਹਨਤ ਕਰਦੇ ਆ ਤੇ ਤੁਸੀਂ ਮੱਲਾਂ ਮਾਰਦੇ ਆ, ਉਹਨਾਂ ਦੀਆਂ ਖਬਰਾਂ ਜਿਹੜੀਆਂ ਅਖਬਾਰਾਂ ਵਿੱਚ ਛਪਦੀਆਂ, ਤੇ ਜਦੋਂ ਇਹ ਬਾਹਰ ਦੇ ਬੰਦੇ ਜਿੱਦਾਂ ਚਾਚਾ ਜੀ ਆ ਜਾਂ ਹੋਰ ਬੰਦੇ ਆ ਇਹ ਅਖਬਾਰ ਪੜ੍ਹਦੇ ਆ ਤੇ ਇਹਨਾਂ ਦਾ ਵੀ ਸਿਰ ਮਾਣ ਨਾਲ ਉੱਚਾ ਹੋ ਜਾਂਦਾ। ਇਸੇ ਗੱਲ ਤੋਂ ਇਹਨਾਂ ਨੇ ਉਤਸ਼ਾਹਿਤ ਹੋ ਕੇ ਇਹ ਅੱਜ ਦਾ ਫੰਕਸ਼ਨ ਜਿਹੜਾ ਆ ਇਹ ਕੀਤਾ ਆ। ਇਹਨਾਂ ਦਾ ਮਨ ਸੀ ਕਿ ਜਿਹੜੇ ਸਾਡੇ ਪਿੰਡ ਦੇ ਸਕੂਲ ਲਈ ਇੰਨਾ ਮਿਹਨਤ ਕਰ ਰਹੇ ਆ ਔਰ ਬੱਚਿਆਂ ਦੇ ਭਵਿੱਖ ਲਈ ਇੰਨੀ ਚਿੰਤਾ ਵਾਲੇ ਨਾਲ ਅਤੇ ਮਿਹਨਤ ਨਾਲ ਪੜ੍ਹਾ ਰਹੇ ਆ, ਮੈਂ ਇਹਨਾਂ ਫਰਜ਼ ਬਣਦਾ ਕਿ ਉਹਨਾਂ ਦਾ ਕੋਈ ਸਨਮਾਨ ਕਰਾਂ। ਇਸ ਕਰਕੇ ਮੈਂ ਇਹਨਾਂ ਦਾ ਤੇ ਹੋਰ ਆਏ ਹੋਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ। ਹੁਣ ਮੈਂ ਬੇਨਤੀ ਕਰਦਾ ਸਰਦਾਰ ਡਾਕਟਰ ਜਸਵਿੰਦਰ ਸਿੰਘ ਸੰਧੂ ਜੀ ਨੂੰ ਕਿ ਉਹ ਬੱਚਿਆਂ ਦੇ ਨਾਲ ਰੂਬਰੂ ਹੋਣ। ਸਰਦਾਰ ਡਾਕਟਰ ਜਸਵਿੰਦਰ ਸਿੰਘ ਜੀ ਸੰਧੂ। ਸਾਡੇ ਅੱਜ ਦੀ ਇਸ ਸਭਾ ਦੇ ਮੁੱਖ ਮਹਿਮਾਨ ਸਰਦਾਰ ਸੁਰਿੰਦਰਪਾਲ ਸਿੰਘ ਜੀ, ਸਰਦਾਰ ਰੇਸ਼ਮ ਸਿੰਘ ਜੀ, ਪਿੰਡ ਦੇ ਪਤਵੰਤੇ ਪਹਿਲੇ ਨਾਗਰਿਕ ਸਰਦਾਰ ਰਣਜੀਤ ਸਿੰਘ ਜੀ ਸਰਪੰਚ ਸਾਹਿਬ, ਮਿਡਲ ਸਕੂਲ ਦੇ ਇੰਚਾਰਜ ਸ਼੍ਰੀ ਪਰਮਿੰਦਰ ਭੰਗਲ ਜੀ, ਪ੍ਰਾਇਮਰੀ ਸਕੂਲ ਦੇ ਇੰਚਾਰਜ ਸ਼੍ਰੀ ਨਿਰਮਲ ਜੀ, ਮੈਡਮ ਬਿੰਦੂ जी, नीरज जी, बहुत ही प्यारे बच्चे।
ਸੋ ਅੱਜ ਦਾ ਜਿਹੜਾ ਸਮਾਂ ਹੈ ਮੇਰੇ ਹਿਸਾਬ ਨਾਲ ਬਹੁਤ ਹੀ ਸੁਭਾਗਾ ਸਮਾਂ। ਮੈਂ ਜਿਹੜਾ ਇਸ ਫੰਕਸ਼ਨ ਨੂੰ, ਇਸ ਸਭਾ ਨੂੰ, ਇਸ ਸਮਾਗਮ ਨੂੰ ਰਸਮੀ ਤੌਰ ਤੇ ਸੰਬੋਧਨ ਨਹੀਂ ਹੋਣਾ ਚਾਹੁੰਦਾ। ਜੋ ਵੀ ਮੈਂ ਬੋਲਣਾ ਚਾਹੁੰਦਾ ਹਾਂ ਬੱਚਿਓ, ਮੈਨੂੰ ਇਸ ਤਰ੍ਹਾਂ ਦਿਖਾਈ ਦਿੰਦਾ ਵੀ ਮੈਂ ਕਿਤੇ ਨਾ ਕਿਤੇ ਤੁਹਾਡੇ 'ਚ ਬੈਠਾ। ਜਦੋਂ ਮੈਂ ਪੜ੍ਹਦਾ ਸੀ ਉਹ ਕੋਈ ਵੀ ਹੋ ਸਕਦਾ, ਮੈਂ ਤੁਹਾਡੇ 'ਚੋਂ, ਉਹ ਨਿੱਕੇ ਬੱਚਿਆਂ 'ਚੋਂ ਵੀ। ਸੋ ਇਸ ਤਰ੍ਹਾਂ ਦੇ ਅਧਿਆਪਕਾਂ ਨੇ ਜਿਹੜੇ ਸਾਡੇ ਤੁਹਾਡੇ ਸਾਹਮਣੇ ਸਵਾਏਮਾਨ ਹੈ, ਇਹਨਾਂ ਨੇ ਸਾਡੀ ਬਾਂਹ ਫੜੀ, ਸਾਡੀ ਬਾਂਹ ਫੜੀ ਕਿ ਤੁਸੀਂ ਅੱਗੇ ਆਓ, ਤੁਸੀਂ ਅਧਿਆਪਕਾਂ ਦਾ ਕਹਿਣਾ ਮੰਨਿਆ ਕਰੋ, ਤੁਸੀਂ ਮਾਤਾ ਪਿਤਾ ਦਾ ਵੀ ਕਹਿਣਾ ਮੰਨਿਆ ਕਰੋ। ਆਹ ਜਿੰਨੀਆਂ ਕੁਰਸੀਆਂ, ਜਿੰਨੀਆਂ ਵੀ ਅਹੁਦੇ ਆ, ਜਿੰਨੀਆਂ ਵੀ ਦੁਨੀਆ ਦੀਆਂ ਜਿਹੜੇ ਬੇਸ਼ੁਮਾਰ ਦੌਲਤਾਂ, ਇਹ ਤੁਹਾਡੇ ਲਈ ਬਣੀਆਂ, ਇਹ ਤੁਸੀਂ ਪ੍ਰਾਪਤ ਕਰ ਸਕਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਓ, ਅਸੀਂ ਅਧਿਆਪਕ ਤਾਂ ਹੀ ਮਤਲਬ ਇਹਨੂੰ ਜਿਹੜਾ ਹੈਗਾ ਤੁਹਾਡੇ ਤੱਕ ਲੈ ਕੇ ਜਾ ਸਕਦੇ ਹਾਂ, ਲਾਂਚ ਕਰ ਸਕਦੇ ਹਾਂ ਸਮਾਜ ਦੇ ਵਿੱਚ, ਜੇਕਰ ਸਾਨੂੰ ਸਮਾਜ ਦਾ ਸਾਥ ਮਿਲੇ, ਕਮਿਊਨਿਟੀ ਦਾ ਸਾਥ ਮਿਲੇ। ਜਿਸ ਤਰ੍ਹਾਂ ਸਾਡੇ ਹੋਰ ਵੀ ਪ੍ਰੋਗਰਾਮ ਚੱਲ ਰਿਹਾ, ਦੀਕਸ਼ਾ ਪ੍ਰੋਗਰਾਮ ਚੱਲ ਰਿਹਾ, ਈ ਪਾਠਸ਼ਾਲਾ ਚੱਲ ਰਿਹਾ, ਨਿਸ਼ਠਾ ਪ੍ਰੋਗਰਾਮ ਨੈਸ਼ਨਲ ਜਿਹੜਾ ਇਨੀਸ਼ੀਏਟਿਵ ਚੱਲ ਰਿਹਾ ਪ੍ਰੋਗਰਾਮ ਨੈਸ਼ਨਲ ਲੈਵਲ ਦਾ, ਉਹਦੇ ਵਿੱਚ ਵੀ ਸਾਨੂੰ ਜਿਹੜਾ ਹੈਗਾ ਸਕੂਲ ਮੈਨੇਜਮੈਂਟ ਦੇ ਵਿੱਚ ਕਮਿਊਨਿਟੀ ਦਾ ਸਾਥ ਲੈਣ ਦੇ ਲਈ ਜਿਹੜਾ ਪ੍ਰੇਰਿਤ ਕੀਤਾ ਜਾਂਦਾ। ਉਹਨਾਂ ਨੇ ਕਿਹਾ ਕਿ ਤੁਹਾਡੇ ਜਿਹੜੇ ਸਕੂਲ ਹੈ, ਖਾਸ ਕਰਕੇ ਭਾਰਤ ਦੇਸ਼ ਦੇ, ਇਹਨਾਂ ਦੇ ਵਿੱਚ ਸਾਡੇ ਜਿਹੜੇ ਸਮਾਜ ਦੇ, ਸਾਡੇ ਸਮਾਜ ਸੇਵਕ, ਸੇਵਾਦਾਰ, ਜਿਨ੍ਹਾਂ ਨੂੰ ਪਰਮਾਤਮਾ ਨੇ, ਜਿੱਦਾਂ ਕਹਿੰਦੇ ਨਾ ਵੀ ਜਨਨੀ ਜਨੇ ਤਪਗਤ ਜਨ, ਜਾਂ ਦਾਤਾ ਜਾਂ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਮੂਰ। ਸੋ ਕਹਿਣ ਦਾ ਭਾਵ ਹੈ ਵੀ ਕੋਈ ਇੱਦਾਂ ਦੇ ਦਾਤਿਆਂ ਦਾ ਜਨਮ, ਸੂਰਮਿਆਂ ਦਾ ਜਨਮ, ਠੀਕ ਹੈ, ਉਹ ਜਿਹੜਾ ਹੈਗਾ ਬੱਚੇ, ਉਹ ਸਾਡੇ ਲਈ ਇਹਨਾਂ ਦੀ ਜ਼ਰੂਰਤ ਹੈ। ਸੋ ਇਹ ਮੈਂ ਉਹ ਜਿਹੜੀ ਬਾਣੀ ਦੀਆਂ ਮੈਂ ਤੁਕਾਂ ਬੋਲੀਆਂ, ਉਹ ਇਸ ਤਰ੍ਹਾਂ ਦੇ ਸ਼ਖਸ ਜਿਹੜੇ ਤੁਹਾਡੇ ਸਾਹਮਣੇ ਬੈਠੇ ਆ, ਜਿਹੜੇ ਕਿਸੇ ਬਹੁਤ ਹੀ ਕਮਜ਼ੋਰ ਜਿਹੜੇ ਵਰਗ ਦੀ ਬਾਂਹ ਫੜਨ ਵਾਲੇ ਆ, ਜਾਂ ਮਹਿਸੂਸ ਕਰਦੇ ਆ ਦਿਲੋਂ ਕਿ ਇਹ ਮੇਰਾ ਪਿੰਡ ਆ। ਜਿੱਦਾਂ ਕੁਝ ਕਵਿਤਾ ਦੀਆਂ ਲਾਈਨਾਂ ਵੀ, ਪਰਦੇਸੋਂ ਆਉਂਦੇ ਵੀਰ ਨੇ ਆ, ਕੁਝ ਗੱਲ ਕਰ ਆਪਣੇ ਥਾਵਾਂ ਦੀ, ਸਭ ਰੱਜ ਕੇ ਰੋਟੀ ਖਾਂਦੇ ਨੇ, ਸਭ ਸੁਖੀ ਬਸਦੇ ਨੇ। ਸੋ ਕਹਿਣ ਦਾ ਭਾਵ ਹੈ ਕਿ ਇਹ ਪ੍ਰਦੇਸ਼ ਦੇ ਵਿੱਚ ਬੈਠੇ ਆ, ਫਿਰ ਵੀ ਇਹਨਾਂ ਨੂੰ ਆਪਣੇ ਇਸ ਪਿੰਡ ਦੀ, ਇਸ ਹਵਾ ਦੀ, ਇਸ ਫਿਜ਼ਾ ਦੀ ਯਾਦ ਆਉਂਦੀ ਹੈ। ਬਹੁਤ ਸੀਨੀਅਰ ਹੈ ਸਾਡੇ 'ਚ, ਸੋ ਆਪਣੇ ਪਿੰਡ ਨੂੰ ਕਦੇ ਵੀ ਬੰਦਾ ਭੁੱਲ ਨਹੀਂ ਸਕਦਾ। ਫਿਰ ਇਹ ਕਹਿੰਦੇ ਆ ਕਿ ਮੇਰਾ ਦਿਲ ਕਰਦਾ ਮੈਂ ਜਾਵਾਂ। ਉਹ ਜਿਹੜੇ ਬੱਚੇ ਆ, ਰੋਸ਼ਨ ਚਿਰਾਗ ਆ, ਜਿਹੜੇ ਫੁੱਲਾਂ ਵਰਗੇ ਬੱਚੇ ਆ, ਜਿਨ੍ਹਾਂ ਨੇ ਪ੍ਰਾਪਤੀਆਂ ਕਰਨੀਆਂ। ਹੋ ਸਕਦਾ ਤੁਹਾਡੇ ਵਿੱਚੋਂ ਕੋਈ ਬੱਚਾ ਦੇਸ਼ ਦਾ ਪ੍ਰਧਾਨ ਮੰਤਰੀ ਬਣੇ, ਤੁਹਾਡੇ ਵਿੱਚੋਂ ਕੋਈ ਬੱਚਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਬਣੇ ਕਿਸੇ ਸਮੇਂ, ਤੁਹਾਡੇ ਵਿੱਚੋਂ ਕੋਈ ਬੱਚਾ ਬਹੁਤ ਹੀ ਬੜਾ ਡਾਕਟਰ, ਇੰਜੀਨੀਅਰ, ਵਕੀਲ ਬਣੇ। ਅਧਿਆਪਕ ਤਾਂ ਹੈਗੇ ਹੀ ਆ, ਨੀਰਜ ਮੈਡਮ ਦੀ ਉਦਾਹਰਨ ਤੁਹਾਡੇ ਸਾਹਮਣੇ। ਸੋ ਇਹ ਜਿਹੜਾ ਹੈਗਾ ਬੇਸ਼ਕੀਮਤੀ ਸੇਵਾਵਾਂ, ਅੱਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ, ਅਸੀਂ ਬਹੁਤ ਮਹਿਸੂਸ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈ, ਭਾਗਾਂ ਤੋਂ ਬਿਨਾਂ ਜਿਹੜੇ ਹੈਗੇ ਆ, ਉਹ ਉਸ ਕੁਦਰਤ, ਕਾਦਰ ਕੁਦਰਤ ਦੀ ਕਿਰਪਾ ਤੋਂ ਬਿਨਾਂ, ਜੇ ਕਿਸੇ ਤੇ ਕਿਰਪਾ ਹੋਵੇ ਤਾਂ ਹੀ ਇਹ ਪ੍ਰੋਗਰਾਮ ਕੋਈ ਕਰਵਾ ਸਕਦਾ ਬੱਚਿਓ। ਠੀਕ ਹੈ, ਤੁਹਾਡੇ ਕੋਲ ਮਿਲਣ ਦਾ ਸਮਾਂ ਜਿਸ ਵਿਅਕਤੀਆਂ ਨੇ ਕੱਢਿਆ, ਤੁਸੀਂ ਆਮ ਨਹੀਂ ਹੈਗੇ, ਤੁਸੀਂ ਖਾਸ ਵਿਦਿਆਰਥੀਓ। ਤੁਸੀਂ ਇਸ ਸਭਾ ਤੋਂ, ਇਸ ਸਮਾਗਮ ਤੋਂ ਹੋਰ ਹੌਸਲਾ ਲੈਣਾ, ਹੋਰ ਅੱਗੇ ਵਧਣਾ, ਹੋਰ ਅਖਬਾਰਾਂ 'ਚ ਛਪਣਾ, ਤਾਂ ਕਿ ਤੁਹਾਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦੇ ਸਾਡੇ ਬਹੁਤ ਹੀ ਸਤਿਕਾਰਯੋਗ, ਮਾਣਯੋਗ ਸ਼ਖਸੀਅਤਾਂ ਜਿਹੜੀਆਂ ਤੁਹਾਡੇ ਸਾਹਮਣੇ ਸਵਾਏਮਾਨ ਹਨ, ਇਹ ਤੁਹਾਨੂੰ ਉੱਥੇ ਪੜ੍ਹਨ, ਦੇਖਣ ਤੇ ਭੱਜੇ ਆਉਣ ਕਿ ਮੇਰਾ ਪਿੰਡ, ਮੇਰੇ ਬੱਚੇ, ਮੇਰਾ ਸਕੂਲ। ਸੋ ਇਹ ਉਸ ਦਿਨ ਵੀ ਆਪਾਂ ਆਏ ਸੀ, ਮੇਲਾ ਤੁਸੀਂ ਲਗਾਇਆ ਸੀ, ਬਹੁਤ ਇਹਨਾਂ ਦਾ ਮਨ ਬਾਗੋ-ਬਾਗ ਹੋ ਗਿਆ। ਸੋ ਅਸੀਂ ਇਹਨਾਂ ਦੀ ਲੰਬੀ ਆਯੂ ਦੀ, ਤੰਦਰੁਸਤੀ ਦੀ, ਇਹਨਾਂ ਦੇ ਸਾਰੇ ਪਰਿਵਾਰ ਦੀ ਤਰੱਕੀ ਦੀ ਅਸੀਂ ਕਾਮਨਾ ਕਰਨੀ ਚਾਹੀਦੀ ਸਾਨੂੰ।
ਅਰਦਾਸ ਕਰਨੀ ਚਾਹੀਦੀ ਤਾਂ ਕਿ ਇਹ ਹਮੇਸ਼ਾ ਹੀ ਸਾਡਾ ਸਾਥ ਜਿਹੜਾ ਦਿੰਦੇ ਰਹਿਣ। ਸੋ ਹੋਰ ਆਪਾਂ ਇਹਨਾਂ ਨੂੰ ਬੱਚਿਓ, ਇਹਨਾਂ ਦੇ ਮਨ ਦੇ ਵਿੱਚੋਂ ਹੀ ਉਹ ਜਾਗਰਿਤ ਹੁੰਦੀ ਹੈ ਰੋਸ਼ਨੀ, ਹੈ ਨਾ। ਕੋਈ ਇਹ ਕਿਸੇ ਨੂੰ ਆਪਾਂ ਮਜਬੂਰ ਨਹੀਂ ਕਰ ਸਕਦੇ ਇਸ ਤਰ੍ਹਾਂ ਕਰੋ। ਕੋਈ ਕਿਰਨ ਆਈ ਉੱਪਰੋਂ, ਕੋਈ ਰਹਿਮਤ ਆਈ, ਨਿਗਾਹ ਸਵੱਲੀ ਹੋਈ ਮਾਲਕ ਦੀ, ਉਹਨਾਂ ਨੇ ਇਹਨਾਂ ਨੂੰ ਇੱਧਰ ਨੂੰ ਸਾਡੇ ਕੋਲ ਨੂੰ ਤੁਹਾਡੇ ਕੋਲ ਨੂੰ ਤੋਰ ਦਿੱਤਾ। ਸੋ ਇਹਦੇ ਨਾਲ ਇਹਨਾਂ ਨੂੰ ਹੋਰ ਜਿਹੜੀ ਹੈਗੀ ਹੌਸਲਾ ਅਫਜ਼ਾਈ, ਇਹਨਾਂ ਨੂੰ ਜਿਹੜਾ ਹੈਗਾ ਹੋਰ ਇਹਨਾਂ ਦੇ ਮਨ ਨੂੰ ਖੁਸ਼ੀ, ਇਸ ਲਈ ਅਸੀਂ ਅਰਦਾਸ ਬੇਨਤੀ ਕਰਾਂਗੇ ਤੇ ਜਿਹੜਾ ਹੈਗਾ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਹੀ ਕਿ ਜਿਹੜਾ ਤੁਹਾਡੇ ਮਨ ਦੇ ਵਿੱਚ ਇਹ ਭਾਵ ਸਾਡੇ ਨਾਲ ਪ੍ਰੇਮ ਪਿਆਰ, ਸਪੈਸ਼ਲ ਮੇਰਾ ਨਾਮ ਲੈ ਕੇ ਜਾਂ ਸਾਡੇ ਹੋਰ ਗੁਰਨਾਮ ਦਾਸ ਜੀ ਸਾਡੇ PM ਸੀਨੀਅਰ PM ਬੈਠੇ ਮੈਥ ਦੇ ਕਟਮਾਉਂਦੇ ਰਹਿੰਦੇ ਆ, ਤੁਹਾਡੇ ਨਾਲ ਬੈਠ ਕੇ ਕੰਮ ਕਰਦੇ ਸੁਖਵਿੰਦਰ ਸਾਹਿਬ ਨੂੰ ਸਪੈਸ਼ਲੀ ਸਾਨੂੰ ਕਿਹਾ ਵੀ ਤੁਸੀਂ ਆਓ ਕਿ ਅਸੀਂ ਵੀ ਤੁਹਾਨੂੰ ਵੀ ਮਿਲਣਾ ਚਾਹੁੰਦੇ ਹਾਂ। ਸੋ ਮੈਂ ਬੜੀ ਮਾਨੀਆਂ ਗਹਿਰਾਈਆਂ ਤੋਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ। ਸੋ ਮੈਂ ਹੁਣ ਬੇਨਤੀ ਕਰਦਾ ਕੈਮਲ ਜੀ ਨੂੰ ਕਿ ਉਹ ਅਗਲੇ ਬੁਲਾਰੇ ਦਾ ਨਾਮ ਲੈਣ। ਸੋ ਤੁਸੀਂ ਬੱਚਿਓ ਇੱਕ ਵਾਰੀ ਫੇਰ ਜਿਹੜਾ ਮੇਰੇ ਕਹੇ ਦੇ ਉੱਤੇ ਜਿੰਨੇ ਵੀ ਸਾਡੇ ਸਵਾਈਮਾਨ ਹਨ ਪ੍ਰਧਾਨਗੀ ਮੰਡਲ ਦੇ ਵਿੱਚ ਉਹਨਾਂ ਲਈ ਇੱਕ ਮਤਲਬ ਕਲੈਪਿੰਗ ਰਿਕਵੈਸਟ ਕਰਦਾ ਸਰਦਾਰ ਸ਼੍ਰੀ ਗੁਰਨਾਮ ਦਾਸ ਮਾਹੀ PM ਮੈਂ ਜੋ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਨਵਾਂ ਦਫ਼ਤਰ ਨਵਾਂ ਸ਼ਹਿਰ ਤੋਂ ਆਏ ਆ, ਉਹਨਾਂ ਨੂੰ ਬੇਨਤੀ ਕਰਦਾ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਮਿਲਣ ਜੀ ਸਤਨਾਮ ਸਿੰਘ ਜੀ, ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਤੋਂ BSS ਏਰੀਆ ਸਾਇੰਸ ਸੁਪਰਵਾਈਜ਼ਰ ਤੇ ਇਸ ਸਕੂਲ ਦੇ ਇਸ ਸਕੂਲ ਦੇ ਜਿਹੜੇ ਮੈਨੇਜਮੈਂਟ ਕਮੇਟੀ ਦੇ ਮੈਂਬਰ, ਪੰਚਾਇਤ ਸਰਪੰਚ ਸਾਹਿਬ, ਸਤਿਕਾਰਯੋਗ NRI ਸੱਜਣ। ਤੇ ਜੇ ਇਸ ਸਕੂਲ ਬਾਰੇ ਮੈਂ ਗੱਲ ਕਰਾਂ, ਤੁਸੀਂ ਸਾਰੇ ਜਾਣਦੇ ਹੋ ਪਿਛਲੇ ਲਗਭਗ 3-4 ਸਾਲ ਤੋਂ ਇਹ ਸਕੂਲ ਜਿਹੜਾ ਹੈ ਜ਼ਿਲ੍ਹੇ ਦਾ 1 ਨੰਬਰ ਸਕੂਲ ਹੈ, ਜਿਹਨੇ ਕੈਸ਼ ਪ੍ਰਾਈਜ਼ ਲਗਾਤਾਰ 2 ਸਾਲ ਜਿੱਤਿਆ। ਇਹ ਸਾਡੇ ਲਈ ਬੜੇ ਮਾਣ ਦੀ ਗੱਲ ਆ। ਅਸੀਂ ਇਸ ਬਲਾਕ ਦੇ ਮੈਂਟਰ ਹੈਗੇ ਆ ਤੇ ਸਾਡੇ ਲਈ ਇਹ ਬੜੀ ਇੱਕ ਮਾਣ ਵਾਲੀ ਗੱਲ ਆ ਕਿ ਸਾਡਾ ਜਿਹੜਾ ਬਲਾਕ ਆ ਇਹ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕਰ ਰਿਹਾ। ਤੇ ਇਹ ਦੂਸਰੀ ਗੱਲ, ਇਸ ਸਕੂਲ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਬਲਾਕ ਦੇ ਵਿੱਚੋਂ ਮਿਡਲ ਸਕੂਲਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਹੈਗੀ ਆ ਉਹ ਇਸ ਸਕੂਲ ਦੇ ਵਿੱਚ ਆ। ਤੇ ਉਸ ਤੋਂ ਵੱਡੀ ਹੋਰ ਮਾਣ ਦੀ ਗੱਲ ਹੈਗੀ ਆ ਜਿਹੜੇ ਕੰਪੀਟੀਸ਼ਨ ਐਗਜ਼ਾਮ ਆ, ਤੁਸੀਂ ਜਾਣਦੇ ਆ ਪਿਛਲੇ ਬਹੁਤ ਲੰਬੇ ਸਮੇਂ ਤੋਂ ਇਹ ਸਕੂਲ ਜਿਹੜਾ ਹੈ ਉਹ ਸਟੇਟ ਦਾ ਮੋਢੀ ਸਕੂਲ ਹੈ। ਲਗਾਤਾਰ ਸਟੇਟ ਦੇ ਵਿੱਚੋਂ ਵੀ ਬੱਚਿਆਂ ਨੇ ਪੋਜੀਸ਼ਨਾਂ, ਪਹਿਲੀਆਂ ਪੋਜੀਸ਼ਨਾਂ ਹਾਸਲ ਕੀਤੀਆਂ, ਦੂਸਰੀਆਂ ਵੀ ਕੀਤੀਆਂ, ਤੀਸਰੀਆਂ ਵੀ ਕੀਤੀਆਂ। ਤੇ ਇਹ ਸਕੂਲ ਜਿਹੜਾ ਹੈ ਭਾਰਤ ਮੋਢੀ ਸਕੂਲ ਤੇ ਇੱਕ ਮਾਡਲ ਸਕੂਲ ਜਿਹਨੂੰ ਕਹਿੰਦੇ ਆ ਕਿ ਦੂਸਰਿਆਂ ਦੇ ਇੱਕ ਜਿਹੜਾ ਗਾਈਡ ਦੇ ਤੌਰ ਤੇ ਕੰਮ ਕਰ ਰਿਹਾ। ਦੂਸਰੇ ਸਕੂਲ ਤੋਂ ਉਤਸ਼ਾਹ ਲੱਗਦੇ ਆ, 3-4 ਸਕੂਲ ਹੋਰ ਸਾਡੇ ਉੱਥੇ ਆ। ਇੱਥੋਂ ਉਹ ਵੀ ਇਹਨਾਂ ਨੂੰ ਦੇਖ ਕੇ ਉਹ ਵੀ NLS ਤੇ PES ਦੇ ਵਿੱਚ ਉਹਨਾਂ ਦੇ ਬੱਚੇ ਵੀ ਜਿਹੜੇ ਆ ਸਕੂਲ ਇਸ ਪੰਜਾਬ ਲੈਵਲ ਦੇ ਕੰਪੀਟੀਸ਼ਨ ਵਿੱਚ ਆ ਰਹੇ ਹਨ। ਤੋ ਸਕੂਲ ਜਿਹੜਾ ਹੈਗਾ ਇਹ ਭੰਗਲ ਜੀ ਤੁਹਾਨੂੰ ਪਤਾ ਹੈਗਾ ਸਟੇਟ ਪਾਰਟੀ ਪਹਿਲਾਂ ਆਪ ਸੀਗੇ, ਇਹ ਵੀ ਬਹੁਤ ਵੱਡੀ ਮਾਣ ਦੀ ਗੱਲ ਆ। ਤੇ ਜਿਹੜੇ ਟੀਚਰ ਵੀ ਜਿਹੜੇ ਹੈਗੇ ਆ ਉਹ ਸਟੇਟ ਪੱਧਰ ਦੀ ਪਹਿਚਾਣ ਰੱਖਦੇ ਆ, ਜ਼ਿਲ੍ਹੇ ਦੇ ਵਿੱਚੋਂ ਨਹੀਂ ਸਟੇਟ ਪੱਧਰ ਦੀ। ਦੂਸਰੀ ਪਿਛਲੇ ਸਾਲ ਮੈਡਮ ਨੀਲਮ ਯੁਵਾ ਸਟੇਟ ਅਵਾਰਡ ਪ੍ਰਾਪਤ ਕੀਤਾ, ਉਹ ਸਾਡੇ ਲਈ ਵੱਡੀ ਮਾਣ ਦੀ ਗੱਲ ਹੈ। ਸਾਡੇ ਲਈ ਬੜੀ ਮਾਣ ਦੀ ਗੱਲ ਕਿਉਂਕਿ ਅਸੀਂ ਇਸ ਬਲਾਕ ਦੇ ਇੰਚਾਰਜ ਆ। ਅਸੀਂ ਤੁਹਾਡੇ ਨਾਲ ਗਾਹੇ ਆਉਂਦੇ ਰਹਿੰਦੇ ਹਾਂ, ਤੁਹਾਡੇ ਜੋ ਵੀ ਤੁਹਾਡੇ ਡਾਊਟਸ ਹੁੰਦੇ ਆ ਉਹਨੂੰ ਕਲੀਅਰ ਕਰੀਦਾ। ਸਾਨੂੰ ਇੱਥੇ ਇਸ ਵੇਲੇ ਲਿਸਟ ਕਰਦੇ ਆ, ਬੜੀ ਖੁਸ਼ੀ ਮਿਲਦੀ ਆ। ਜੋ ਅਸੀਂ ਆਸ ਕਰਦੇ ਹਾਂ ਵਿਦਿਆਰਥੀਆਂ ਨੂੰ ਉਹ ਸਾਨੂੰ ਤੋਂ ਜ਼ਿਆਦਾ ਮਿਲਦੀ।
ਤੁਸੀਂ ਜ਼ਿਆਦਾ ਵਧੀਆ ਰਿਸਪੌਂਸ ਕਰਦੇ ਹੋ। ਇਹ ਬਦੌਲਤ ਜਿਹੜੇ ਅਧਿਆਪਕਾਂ ਦੀ ਬਦੌਲਤ, ਅਧਿਆਪਕ ਜਿਹੜੇ ਬੜੇ ਮਿਹਨਤੀ ਆ। ਇਸੇ ਤਰ੍ਹਾਂ ਇਹ ਜਿਹੜਾ ਹੈਗਾ ਪ੍ਰਾਇਮਰੀ ਦੇ ਵਿੱਚ ਬੱਚੇ ਜਿਹੜੇ ਵਧੀਆ ਹੋਣਗੇ ਤਾਂ ਮਿਡਲ ਦੇ ਵਿੱਚ ਵੀ ਵਧੀਆ ਰਹਿਣਗੇ। ਤੇ 8ਵੀਂ ਤੱਕ ਬੱਚੇ ਜਿਹੜੇ ਜਾਂਦੇ ਆ ਉਹ 9ਵੀਂ 10ਵੀਂ ਚਲ ਜਾਂਦੇ ਜਿਹੜੇ ਉੱਥੇ ਵੀ ਉਹ ਵਧੀਆ ਪ੍ਰਾਪਤੀਆਂ ਕਰ ਰਹੇ ਆ। ਸੋ ਬੱਚਿਓ, ਜਿੱਦਾਂ ਸੰਧੂ ਸਾਹਿਬ ਨੇ ਦੱਸਿਆ, ਇਹ ਜਿਹੜੀਆਂ ਚੇਅਰਸ ਹੈਗੀਆਂ, ਇਹ ਕੁਰਸੀਆਂ ਹੈ ਤੁਹਾਡੇ ਲਈ। ਇਹ ਤੁਸੀਂ ਪ੍ਰਾਪਤ ਕਰਨੀਆਂ। ਪ੍ਰਾਪਤ ਕਿੱਥੋਂ ਕਰਨੀਆਂ? ਮਿਹਨਤ ਦੇ ਸਿਰ। ਇਹ ਐਜੂਕੇਸ਼ਨ ਇੱਦਾਂ ਦੀ ਚੀਜ਼ ਆ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਤੇ ਤੁਸੀਂ ਜਿਹੜਾ ਹੈ ਆਪਣੀ ਜ਼ਿੰਦਗੀ ਨੂੰ ਬਦਲਣ ਲਈ ਇੱਕ ਪਾਸ ਦਾ ਕੰਮ ਕਰਨਾ। ਅਸੀਂ ਵੀ ਇਸੇ ਪਾਸ ਦੇ ਨਾਲ ਲੱਗ ਕੇ ਇਹਨਾਂ ਪੋਸਟਾਂ ਤੇ ਆਏ ਆ। ਸੋ ਤੁਸੀਂ ਜਿਹੜਾ ਇੱਕ ਦੇਸ਼ ਜਿਹੜਾ ਤਾਂ ਤਰੱਕੀ ਕਰਦਾ ਜੇ ਉੱਥੇ ਦੇ ਨਾਗਰਿਕ ਵਧੀਆ ਹੋਣ। ਤੁਹਾਡੇ ਅਧਿਆਪਕ ਇੰਨੇ ਕਾਬਲ ਆ, ਵਿਦਿਅਕ ਜਿਹੜੀਆਂ ਅਕੈਡਮਿਕ ਕਾਬਲੀਅਤ ਦੇ ਨਾਲ ਨਾਲ ਖੇਡਾਂ ਵਿੱਚ ਵੀ ਬਹੁਤ ਵਧੀਆ ਮੱਲਾਂ ਮਾਰਦੇ ਆ, ਕੰਪੀਟੀਸ਼ਨ ਐਗਜ਼ਾਮਾਂ ਦੇ ਵਿੱਚ ਵੀ ਕਰਦੇ ਆ, ਤੇ ਸਰਬਪੱਖੀ ਵਿਕਾਸ ਦੇ ਵਿੱਚ ਤੁਹਾਡਾ ਉਹ ਜਿਹੜਾ ਹੈ ਯੋਗਦਾਨ ਪਾਉਣ ਲਈ ਆਪਣੀ ਪੂਰੀ ਬਾਹ ਲਾਉਂਦੇ ਆ। ਇਸ ਕਰਕੇ ਤੁਸੀਂ ਵਧੀਆ ਇੱਕ ਨਾਗਰਿਕ ਬਣ ਕੇ ਨਿਕਲਣਾ, ਤੇ ਜਿਹੜੇ ਦੇਸ਼ ਦੇ ਨਾਗਰਿਕ ਹੀ ਦੇਸ਼ ਦਾ ਸਰਮਾਇਆ ਹੁੰਦੇ ਆ। ਸੋ ਆਪਾਂ ਵਿਦਿਆ ਦੇ ਨਾਲ ਨਾਲ ਇੱਕ ਚੰਗੀਆਂ ਗੱਲਾਂ, ਚੰਗੇ ਗੁਣ ਆਪਣੇ 'ਚ ਪੈਦਾ ਕਰਦੇ ਹਾਂ ਤਾਂ ਕਿ ਤੁਹਾਡੇ ਸਕੂਲ ਦਾ ਮਾਣ ਹੋਵੇ, ਤੁਹਾਡੇ ਮਾਪਿਆਂ ਨੂੰ ਮਾਣ ਹੋਵੇ, ਤੇ ਇਲਾਕੇ ਨੂੰ ਮਾਣ ਹੋਵੇ, ਤੇ ਤੁਹਾਡੇ ਜਿਹੜਾ ਜ਼ਿਲ੍ਹੇ ਨੂੰ ਮਾਣ ਹੋਵੇ। ਤੇ ਉਹਦੇ ਲਈ ਤੁਸੀਂ ਸਟੇਟ ਦੇ ਮਾਡਲ ਦੇ ਤੌਰ ਤੇ ਮਿਲੋ। ਤੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੇ ਜਿਨ੍ਹਾਂ ਤੋਂ ਬੱਚਿਆਂ ਨੂੰ ਕੰਮ ਕਰਵਾਇਆ ਜਾ ਰਿਹਾ, ਤੇ ਹੁਣੀ ਸਰਕਾਰ ਵੱਲੋਂ ਪਹਿਲਾਂ ਉੱਪਰ ਕੰਪਿਊਟਰ ਲੈਬ ਚੱਲ ਰਹੀ ਸੀਗੀ, ਤੇ ਹੁਣ ਸਰਕਾਰ ਵੱਲੋਂ ਪ੍ਰਾਇਮਰੀ ਸੈਕਸ਼ਨ ਲਈ 3 ਨਵੇਂ ਕੰਪਿਊਟਰ ਭੇਜੇ ਆ ਜਿਹੜੇ ਅਸੀਂ ਇੰਸਟਾਲ ਕਰਨੇ ਆ ਅਸੀਂ। ਤੇ ਉਹਦੇ ਲਈ ਸਾਡੇ ਕੋਲ ਥੋੜੀ ਜਿਹੀ ਪ੍ਰੋਬਲਮ ਵੀ ਆ ਰਹੀ ਹੈ ਕਿ ਕਮਰਿਆਂ ਦੀ ਘਾਟ ਆ। ਸਾਡੇ ਕੋਲ ਨੀਚੇ 7 ਕਲਾਸਿਸ ਆ ਔਰ ਸਿਰਫ ਕਮਰੇ ਕਿੰਨੇ ਆ? 4 ਆ। ਤੇ ਉਹਦੇ ਵਿੱਚ ਲਾਇਬ੍ਰੇਰੀ ਵੀ ਚੱਲ ਰਹੀ ਆ ਤੇ ਇੱਕ ਲਿਸਨਿੰਗ ਲੈਬ ਚੱਲ ਰਹੀ ਆ। ਤੇ ਉਸ ਕਰਕੇ ਸਾਨੂੰ ਬੜੀ ਇਸ ਚੀਜ਼ ਦੀ ਸਮੱਸਿਆ ਵੀ ਆ ਰਹੀ ਆ ਕਿ ਮੇਰੇ ਕੰਪਿਊਟਰ ਜਿਹੜੇ ਇੰਸਟਾਲ ਕਰਨ ਤੋਂ ਪਏ ਆ। ਇਸ ਕਰਕੇ ਮੈਂ ਪਿੰਡ ਦੇ ਸਰਪੰਚ ਸਾਹਿਬ ਤੇ NRI ਨੂੰ ਵੀ ਬੇਨਤੀ ਕਰਦਾ ਕਿ ਪਲੀਜ਼ ਸਾਡੀ ਇਸ ਸਮੱਸਿਆ ਵੱਲ ਪਲੀਜ਼ ਜਿਹੜਾ ਜ਼ਰੂਰ ਧਿਆਨ ਦਿੱਤਾ ਜਾਵੇ। ਤੇ ਇੱਕ ਅਸੀਂ ਜਿੱਦਾਂ ਸਰਮਣਾ ਨੇ ਮਤਲਬ ਕਾਫੀ ਐਫਰਟ ਕਰਕੇ ਬੱਚੇ ਸ਼ਹਿਰ ਤੋਂ ਵੀ ਲੈ ਕੇ ਆਉਂਦੇ ਆ। ਅਸੀਂ ਵੀ ਕਾਫੀ ਐਫਰਟ ਕੀਤੀਆਂ ਕਿ ਅਸੀਂ ਜਿਹੜੇ ਬੱਚੇ ਆ ਜਿੱਦਾਂ ਕਿ ਗਿਣਤੀ ਬਣੀ ਰਹੇ, ਕਿਉਂਕਿ ਜੇਕਰ ਸਕੂਲ ਦੇ ਵਿੱਚ ਗਿਣਤੀ ਹੋਊਗੀ ਤਾਂ ਟੀਚਰ ਵੀ ਉਹਦੇ ਮੁਤਾਬਕ ਹੀ ਮਿਲਣੇ ਆ। ਜੇਕਰ ਗਿਣਤੀ ਘਟੀ ਗਈ ਤਾਂ ਟੀਚਰਾਂ ਦੀ ਗਿਣਤੀ ਵੀ ਉਨੀ ਹੀ ਘਟੀ ਜਾਣੀ ਆ। ਤੇ ਇਸ ਕਰਕੇ ਬਾਰ-ਬਾਰ ਮੈਂ ਇਸ ਲਈ ਤੋਂ ਹੀ ਰਿਕੁਐਸਟ ਕਰ ਰਿਹਾ ਕਿ ਪਿੰਡ ਦੇ ਬੱਚਿਆਂ ਨੂੰ ਜ਼ਰੂਰ ਜਿਹੜਾ ਆ ਉਹ ਦਾਖਲ ਕਰਾਇਆ ਜਾਵੇ, ਕਿਉਂਕਿ ਸਾਰ ਵੱਲੋਂ ਦੇਖੋ ਉੱਪਰ ਬਹੁਤ ਵੱਡੀਆਂ ਐਫਰਟ ਕੀਤੀਆਂ ਜਾ ਰਹੀਆਂ। ਲੱਖਾਂ ਦੇ ਵਿੱਚ ਜਿਹੜਾ ਬੱਚਿਆਂ ਨੂੰ ਜਿਹੜਾ ਵਜ਼ੀਫਾ ਆ ਉਹ ਆ ਰਿਹਾ। ਤੇ ਸਾਡੇ ਪ੍ਰਾਇਮਰੀ ਸੈਕਸ਼ਨ ਦੇ ਵਿੱਚ ਇਹੋ ਜਿਹੀ ਵੈਸੇ ਕੋਈ ਦੂਸਰੀ ਹੈ ਨਹੀਂ ਜੀ, ਪਰ ਅਸੀਂ ਮਿਹਨਤ ਜਿਹੜੀ ਆ ਉਹ ਬਹੁਤ ਕਰਵਾ ਰਹੇ ਹਾਂ। ਜਿਹੜੇ ਵਜ਼ੀਫੇ ਵਾਲਾ ਸਿਸਟਮ ਆ ਉਹ 6ਵੀਂ 7ਵੀਂ 8ਵੀਂ ਦੇ ਲੈਵਲ ਤੋਂ ਉੱਪਰਲੀਆਂ ਕਲਾਸਾਂ ਦੇ ਵਿੱਚ ਹੀ ਜ਼ਿਆਦਾਤਰ ਸ਼ੁਰੂ ਹੁੰਦਾ ਹੈ। ਤੇ ਇਹ ਸਾਰਾ ਔਰ ਉਹਨਾਂ ਦੇ ਪੂਰੇ ਸਟਾਫ ਦੀ ਇੰਨੀ ਮਿਹਨਤ ਆ ਕਿ ਜਿਹੜੀ ਉਹਨਾਂ ਨੇ ਇਸ ਪਿੰਡ ਲਈ ਮੇਰੇ ਖਿਆਲ ਦੇ ਵਿੱਚ ਲੱਖਾਂ ਦੇ ਵਿੱਚ ਵਜ਼ੀਫਾ ਜਿਹੜਾ ਬੱਚਿਆਂ ਦਾ ਆ ਰਿਹਾ, ਔਰ ਉਹ ਬੱਚੇ ਆਪਣੀਆਂ ਜਿਹੜੀਆਂ ਐਜੂਕੇਸ਼ਨ ਗਾਹਾਂ ਉਸ ਵਜ਼ੀਫੇ ਦੇ ਨਾਲ ਹੀ ਚਲਾ ਰਹੇ ਆ। ਇਸ ਕਰਕੇ ਪਿੰਡ ਵਾਲਿਆਂ ਨੂੰ ਵੀ ਦੁਬਾਰਾ ਰਿਕੁਐਸਟ ਆ ਕਿ ਉਹ ਬੱਚਿਆਂ ਨੂੰ ਜਿਹੜਾ ਜ਼ਰੂਰ ਦਾਖਲ ਕਰਵਾਉਣ ਸਕੂਲ ਦੇ ਵਿੱਚ ਸਾਰੇ ਬੱਚਿਆਂ ਨੂੰ, ਤੇ ਬਾਹਰ ਛੋਟੀਆਂ ਛੋਟੀਆਂ ਦੁਕਾਨਾਂ ਨੂੰ ਛੱਡਦੇ ਹੋਏ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਦਾਖਲ ਕਰਾਇਆ ਜਾਵੇ। ਹੁਣ ਮੈਂ ਆਪਣੇ ਜ਼ਿਲ੍ਹੇ ਤੋਂ ਸਾਡੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਜੀ ਸੁਨਾਮ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਬੱਚਿਆਂ ਔਰ ਆਏ ਹੋਏ ਪ੍ਰਬੰਧਕ ਸੱਜਣਾਂ ਨਾਲ ਰੂਬਰੂ ਹੋਣ। ਜੀ ਸੁਨਾਮ ਸਿੰਘ ਜੀ। ਅੱਜ ਦੇ ਇਸ ਸ਼ੌਕ ਰੋਡ ਤੇ ਲਾਏ ਹੋਏ ਸਨਮਾਨ ਸਮਾਰੋਹ ਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸੁਰਿੰਦਰਪਾਲ ਸਿੰਘ ਭੰਗਲ ਯੂਕੇ ਤੋਂ ਜੀ,
ਰੇਸ਼ਮ ਸਿੰਘ ਭੰਗਲ ਜੀ, ਰਣਜੀਤ ਸਿੰਘ ਚਾਹਲ ਸਰਪੰਚ ਸਾਹਿਬ, ਬਲਿਹਾਰ ਸਿੰਘ ਜੀ ਪੰਚ ਸਾਹਿਬ, ਕੇਸਰ ਰਾਮ ਜੀ ਸਾਬਕਾ ਸਰਪੰਚ ਸਾਹਿਬ, ਬੂਟਾ ਰਾਮ ਜੀ ਚੇਅਰਮੈਨ SMC ਤੇ ਬਾਕੀ ਮੇਰੇ ਸਰਕਾਰ ਦੇ PM ਸਾਹਿਬਾਨ, ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅਤੇ ਜੀ ਆਇਆਂ ਨੂੰ। ਅੱਜ ਦੇ ਮੁੱਖ ਮਹਿਮਾਨ ਸਭ ਨੂੰ ਦੱਸਣਾ ਚਾਹੁੰਦਾ ਕਿ ਇਸ ਸਕੂਲ ਦੇ 2 ਅਧਿਆਪਕ ਨੇ ਮਿਡਲ ਸਕੂਲ ਦੇ ਵਿੱਚ। ਦੋਨੋਂ ਅਧਿਆਪਕਾਂ ਨੂੰ ਸਟੇਟ ਵੱਲੋਂ ਅਵਾਰਡ ਮਿਲ ਚੁੱਕੇ ਨੇ। ਜੇ ਕਿਸੇ ਸਕੂਲ ਦੇ ਅਧਿਆਪਕਾਂ ਨੂੰ ਸਟੇਟ ਅਵਾਰਡ ਮਿਲਦਾ ਹੋਵੇ ਤਾਂ ਉਹਨਾਂ ਦੀ ਕਾਰਗੁਜ਼ਾਰੀ ਦੇ ਅਨੁਸਾਰ ਹੀ ਮਿਲਦਾ ਹੈ ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਸਕੂਲ ਦਾ ਲੈਵਲ ਕੀ ਹੈ। ਸੋ ਇਹ ਜਿਹੜਾ ਸਕੂਲ ਹੈ ਭੰਗਲ ਖੁਰਦ ਸਾਡੇ ਜ਼ਿਲ੍ਹੇ ਦਾ ਇੱਕ ਮੋਹਰੀ ਮਿਡਲ ਸਕੂਲ ਹੈ, ਜਿਹਦੇ ਵਿੱਚ ਸਭ ਤੋਂ ਵੱਧ ਤਾਂ ਗਿਣਤੀ ਹੈ ਪੂਰੇ ਜ਼ਿਲ੍ਹੇ ਦੇ ਨਾਲ। ਤੇ ਦੂਸਰਾ, ਪੰਜਾਬ ਸਰਕਾਰ ਦੁਆਰਾ ਇੱਕ SCRT ਸਾਡਾ ਵਿਭਾਗ ਹੈ, ਉਹਦੇ ਵੱਲੋਂ ਹਰੇਕ ਸਾਲ ਇੱਕ ਟੈਸਟ ਕੰਡਕਟ ਕੀਤਾ ਜਾਂਦਾ ਹੈ, ਸਕਾਲਰਸ਼ਿਪ ਦਾ ਟੈਸਟ। ਤੇ ਉਹਦੀ ਜਿਹੜੀ ਜ਼ਿਲ੍ਹੇ ਦੀ ਬਾਗਡੋਰ ਹੈ ਉਹ ਸਾਡੇ ਕੋਲ ਹੁੰਦੀ ਹੈ ਕਿ ਉਹਨੂੰ ਕਿਵੇਂ ਅਰੇਂਜ ਕਰਨਾ ਹੈ, ਮੈਨੇਜ ਕਰਨਾ ਹੈ। ਤੇ ਸਾਡੇ ਜ਼ਿਲ੍ਹੇ ਦੇ ਵਿੱਚ ਲਗਭਗ 3000 ਬੱਚਾ ਹਰੇਕ ਸਾਲ ਕਲੀਅਰ ਹੁੰਦਾ ਹੈ ਜੀ ਉਸ ਟੈਸਟ ਦੇ ਵਿੱਚ। ਨਵੰਬਰ ਦੇ ਦੂਜੇ ਐਤਵਾਰ ਕੰਡਕਟ ਕੀਤਾ ਜਾਂਦਾ ਹੈ। ਉਸ ਟੈਸਟ ਵਿੱਚ ਜਿਹੜਾ ਬੱਚਾ ਮੈਰਿਟ ਵਿੱਚ ਆਉਂਦਾ ਹੈ ਤਾਂ ਉਹਨੂੰ ਪਹਿਲਾਂ 500 ਰੁਪਇਆ ਮਿਲਦਾ ਹੁੰਦਾ ਸੀ, ਹੁਣ ਪਿਛਲੇ ਸਾਲ ਤੋਂ 1000 ਰੁਪਇਆ 1 ਮਹੀਨੇ ਦਾ ਬੱਚੇ ਨੂੰ ਮਿਲਦਾ ਹੈ। ਕਿਉਂਕਿ ਮਿਡਲ ਸਕੂਲ ਹੈ, 8ਵੀਂ ਵਾਲੇ ਬੱਚੇ ਉਸ ਪਾਰਟੀਸਪੇਟ ਕਰਦੇ ਹਨ ਤੇ ਜਿੰਨੇ ਬੱਚੇ ਪਾਰਟੀਸਪੇਟ ਕਰਦੇ ਹਨ ਲਗਭਗ ਹਰੇਕ ਸਾਲ ਸਾਰੇ ਦੇ ਸਾਰੇ ਵਿਦਿਆਰਥੀ ਇਸ ਸਕੂਲ ਦੇ ਉਸ ਟੈਸਟ ਨੂੰ ਸਰ ਮੈਰਿਟ ਵਿੱਚ ਪਾਸ ਕਰ ਜਾਂਦੇ ਹਨ। ਇਹ ਬਹੁਤ ਹੀ ਸਾਡੇ ਜ਼ਿਲ੍ਹੇ ਦੀ ਮਾਣ ਵਾਲੀ ਗੱਲ ਹੈ। 17 ਜਾਂ 18 ਬੱਚੇ ਸਾਡੀ ਇਸ ਸਕੂਲ ਦੇ ਮੈਰਿਟ ਵਿੱਚ ਚੁਣੇ ਜਾਂਦੇ ਹਨ। ਜੇ ਅਸੀਂ ਅੰਦਾਜ਼ਨ ਉਹਦਾ ਕੋਸਟ ਲਗਾ ਲਈਏ ਕਿ ਇੱਕ ਬੱਚੇ ਨੂੰ ਜੇ 1000 ਰੁਪਇਆ ਮਹੀਨੇ ਦਾ ਮਿਲਦਾ ਹੈ ਤਾਂ ਸਾਲ ਦਾ 12000 ਹੋ ਗਿਆ। ਉਸ ਬੱਚੇ ਨੂੰ 12ਵੀਂ ਤੱਕ ਉਹ ਸਕਾਲਰਸ਼ਿਪ ਮਿਲੀ ਜਾਣੀ ਹੈ, ਬਸ਼ਰਤੇ ਕਿ ਉਹ ਸਰਕਾਰੀ ਸਕੂਲ ਦਾ ਸਟੂਡੈਂਟ ਰਹੇ ਤੇ ਉਹਦੀ ਜਿਹੜੀ ਮਿਨੀਮਮ ਪਿਛਲੀ ਕਲਾਸ ਤੋਂ ਨੰਬਰ ਨੇ ਉਹ 55% ਉਹਦੇ ਦੁਆਰਾ ਪ੍ਰਾਪਤ ਕੀਤੇ ਜਾਣ। ਤਾਂ 4 ਸਾਲ ਦੇ ਵਿੱਚ 48000 ਰੁਪਇਆ ਬੱਚੇ ਨੂੰ ਮਿਲਦਾ ਹੈ। ਮੇਰਾ ਖਿਆਲ ਜਿੰਨੇ ਵੀ ਅਸੀਂ ਬੈਠੇ ਆ ਐਨੀ ਮਦਦ ਕਰਨੀ ਇੱਕ ਬੱਚੇ ਲਈ ਸਾਡੇ ਲਈ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਸਾਡਾ ਆਪਣਾ ਬੱਚ ਜਿਹੜਾ ਉਹ ਮਿਲ ਜਾਂਦਾ ਹੈ। ਸੋ ਮੈਰਿਟ ਦੇ ਅਨੁਸਾਰ ਪੂਰੇ ਸਟੇਟ ਦੇ 2200 ਬੱਚੇ ਸਾਡੇ ਸਾਹਮਣੇ ਚੁਣੇ ਜਾਂਦੇ ਨੇ ਪੂਰੇ ਸਟੇਟ ਦੇ ਵਿੱਚੋਂ, ਤੇ ਸਾਡੇ ਜ਼ਿਲ੍ਹੇ ਦੀ ਜਿਹੜੀ ਮੈਰਿਟ ਬਣਦੀ ਹੈ ਉਹ 62 ਬੱਚੇ, ਸਾਡੇ ਜ਼ਿਲ੍ਹੇ ਦੇ 62 ਬੱਚੇ ਚੁਣੇ ਜਾਂਦੇ ਨੇ। 62 ਵਿੱਚੋਂ ਲਗਭਗ 17 ਤੋਂ 20 ਬੱਚੇ ਇਸੇ ਸਕੂਲ ਦੇ ਹੁੰਦੇ ਨੇ। 20 ਤੋਂ 35%। ਹਾਂਜੀ, 20 ਤੋਂ 35% ਇਸ ਸਕੂਲ ਦੇ ਜਿਹੜੇ ਬੱਚੇ ਆ ਉਹ ਹੁੰਦੇ ਆ। ਤੇ ਜੇ ਅਸੀਂ ਆਪਣੇ 12 ਬੱਚਿਆਂ ਦਾ ਜੇ ਅਸੀਂ 4 ਸਾਲ ਦਾ ਇਹਨਾਂ ਦਾ ਆਪਾਂ ਟੋਟਲ ਇਹਨਾਂ ਨੂੰ ਸਕਾਲਰਸ਼ਿਪ ਲਾ ਲਈ ਆਪਣੇ ਜ਼ਿਲ੍ਹੇ ਦੀ ਤਾਂ ਲਗਭਗ 29,76,000 ਰੁਪਇਆ ਬੱਚਿਆਂ ਨੂੰ ਇਸ ਟੈਸਟ ਦੇ ਰਾਹੀਂ ਦਿੱਤਾ ਜਾਂਦਾ। ਸੋ ਜਿਹੜੀ ਲਗਭਗ ਇਸੇ ਸਕੂਲ ਨੂੰ 40 ਲੱਖ ਰੁਪਇਆ ਜਿਹੜਾ ਹੁਣ ਤੱਕ ਜਿਹੜਾ ਜਾਰੀ ਹੋ ਚੁੱਕਾ ਹੈ ਇਸ ਟੈਸਟ ਦੇ ਰਾਹੀਂ। ਦੂਸਰਾ, ਇਹਦੇ ਨਾਲ ਹੀ ਨਾਲ ਇੱਕ ਟੈਸਟ ਹੁੰਦਾ ਹੈ ਪੰਜਾਬ ਸਟੇਟ ਟੈਲੈਂਟ ਸਰਚ ਐਗਜ਼ਾਮੀਨੇਸ਼ਨ। ਉਹਦੇ ਵਿੱਚ ਬੱਚੇ ਨੂੰ 200 ਰੁਪਇਆ ਪਰ ਮੰਥ ਦੇ ਹਿਸਾਬ ਨਾਲ ਸਕਾਲਰਸ਼ਿਪ ਮਿਲਦੀ ਹੈ, ਜਿਹਦੇ ਵਿੱਚ 2 ਕਲਾਸਾਂ ਕਲੀਅਰ ਹੁੰਦੀਆਂ ਨੇ, 8ਵੀਂ ਤੇ 10ਵੀਂ। 10ਵੀਂ ਵਾਲਿਆਂ ਨੂੰ 2 ਸਾਲ ਸਕਾਲਰਸ਼ਿਪ ਮਿਲਣਾ ਹੁੰਦਾ ਹੈ ਤੇ 8ਵੀਂ ਵਾਲਿਆਂ ਨੂੰ 4 ਸਾਲ। ਮੀਨਸ ਕਿ 200 ਰੁਪਏ ਦੇ ਹਿਸਾਬ ਨਾਲ 2400 ਰੁਪਇਆ ਇੱਕ ਸਾਲ ਦਾ ਬੱਚੇ ਨੂੰ ਮਿਲਦਾ ਹੈ ਤੇ 4 ਸਾਲ ਦੇ ਵਿੱਚ ਦੇਖੋ ਸਰ 2496 ਲੱਖ ਸਾਲ ਤੋਂ 9600 ਰੁਪਇਆ ਉਹਦੇ ਝੋਲੀ 'ਚ ਪੈ ਜਾਂਦਾ ਹੈ। ਜਿਹੜੇ ਬੱਚੇ ਇੱਥੋਂ ਦੇ MMS ਜਿੱਤਦੇ ਨੇ ਉਹੀ ਬੱਚੇ PSC ਜਿਹੜਾ ਇਹ ਟੈਸਟ ਆ ਪੰਜਾਬ ਸਟੇਟ ਟੈਲੈਂਟ ਸਰਚ ਐਗਜ਼ਾਮੀਨੇਸ਼ਨ ਉਹ ਵੀ ਕਲੀਅਰ ਕਰ ਦਿੰਦੇ। ਸੋ ਬਹੁਤ ਵੱਡੀ ਜਿਹੜੀ ਰਕਮ ਆ ਇਸ ਸਕੂਲ ਨੂੰ ਸਕਾਲਰਸ਼ਿਪ ਦੇ ਰੂਪ ਵਿੱਚ ਜਿਹੜੀ ਉਹ ਮਿਲਦੀ ਹੈ। ਇਹਦੇ ਨਾਲ ਦੀ ਨਾਲ ਸਾਡੇ ਡਿਪਾਰਟਮੈਂਟ ਵੱਲੋਂ ਵੱਖ-ਵੱਖ ਸਾਇੰਟੀਫਿਕ ਜਿਹੜੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ, ਜਿਹਦੇ ਵਿੱਚ ਚਾਹੇ ਉਹ ਸਾਇੰਸ ਮੇਲਾ ਹੈ, ਚਾਹੇ ਉਹ ਨੈਸ਼ਨਲ ਸਾਇੰਸ ਡੇ ਹੈ, ਚਾਹੇ ਸਾਇੰਸ ਓਲੰਪਿਆਡ ਹੈ, ਮੈਥ ਓਲੰਪਿਆਡ ਹੈ, ਸਾਰਿਆਂ ਦੇ ਵਿੱਚ ਇਸ ਸਕੂਲ ਦੀ ਜਿਹੜੀ ਗਤੀਵਿਧੀ ਹੈ ਸਭ ਤੋਂ ਵੱਧ ਹੈ ਪੂਰੇ ਜ਼ਿਲ੍ਹੇ ਦੇ ਵਿੱਚ। ਸੋ ਸਾਡੇ ਸਾਰੇ ਬਹੁਤ ਮਾਣ ਵਾਲੀ ਗੱਲ ਹੈ, ਇਸ ਸਕੂਲ ਦੇ ਪੜ੍ਹੇ ਹੋਏ ਬੱਚੇ
ਫੀਡਰ ਸਕੂਲ ਹੈ 9ਵੀਂ ਕਲਾਸ ਦੇ ਵਿੱਚ ਆਲੇ ਦੁਆਲੇ ਸਕੂਲਾਂ ਦੇ ਵਿੱਚ ਜਾਂਦੇ ਹਨ, ਚਾਹੇ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀਹਾ ਹੈ ਜਾਂ ਮੂਸਾਪੁਰ ਹੈ ਜਾਂ ਮੇਰਾ ਆਪਣਾ ਪੇਰੈਂਟਲ ਸਕੂਲ ਹੈ ਕਰਦਾਣਾ। ਸਾਡੇ ਕੋਲ ਜਿਹੜੇ ਬੱਚੇ ਇਹਨਾਂ ਦੇ ਪੜ੍ਹ ਕੇ ਆਉਂਦੇ ਹਨ। ਦੂਸਰੀ ਗੱਲ, ਸਕਾਲਰਸ਼ਿਪ ਕਲੀਅਰ ਕਰਾਉਣੀ, ਉਹਨੂੰ ਮਿਹਨਤ ਕਰਾਉਣੀ, ਦਿਨ ਰਾਤ ਇੱਕ ਕਰਨਾ, ਉਹ ਬਹੁਤ ਵੱਡੀ ਇੱਕ ਜਿਹੜੀ ਆ ਡੈਡੀਕੇਸ਼ਨ ਹੈ। ਪਰ ਉਸ ਤੋਂ ਬਾਅਦ ਉਸ ਬੱਚੇ ਨੂੰ 4 ਸਾਲ ਫੋਲੋ ਅਪ ਕਰਦੇ ਰਹਿਣਾ, ਉਹਦੇ ਮਗਰ ਉਹਦਾ ਖਾਤਾ ਪਵਾਉਂਦੇ ਰਹਿਣਾ, ਉਹਦੇ ਨਾਲ ਟੱਚ ਰਹਿਣਾ, ਇਹ ਸਾਡੀ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਇੱਕ ਅਧਿਆਪਕ ਦੀ ਬਣ ਜਾਂਦੀ ਹੈ। ਔਰ ਉਹ ਜਿਹੜੀ ਜ਼ਿੰਮੇਵਾਰੀ ਹੈ ਇਹ ਦੋਨੋਂ ਹੀ ਅਧਿਆਪਕ ਪਰਵਿੰਦਰ ਜੀ ਤੇ ਮੈਡਮ ਜੀ ਬੜੀ ਬਖੂਬੀ ਨਿਭਾ ਰਹੇ ਹਨ। ਕਹਿੰਦਾ ਪਾਓ ਕਿ ਜਿਹੜੇ ਸਾਡੇ ਅਧਿਆਪਕ ਨੇ ਉਹਨਾਂ ਨੇ ਦਿਨ ਰਾਤ ਜਿਹੜਾ ਉਹ ਇੱਕ ਕੀਤਾ ਹੋਇਆ ਹੈ। ਕਦੇ ਸਮਾਂ ਸੀ ਕਿ ਜਿਹੜਾ ਕੰਪਿਊਟਰ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ ਜਾਂਦਾ। ਜੇ ਆਪਾਂ 2002-3 ਦੀ ਗੱਲ ਕਰ ਲਈਏ ਤੇ ਉਹ ਜਦੋਂ ਅੰਦਰ ਵੜਨਾ ਵੀ ਮਤਲਬ ਕਹਿਣਾ ਉਹਨਾਂ ਨੂੰ ਨਾ ਟੱਚ ਕਰੋ। ਲੇਕਿਨ ਅੱਜ ਸਾਡੇ ਵਿਭਾਗ ਦੁਆਰਾ ਕੱਲੇ ਸਕੂਲ ਦੇ ਵਿੱਚ ਲਗਭਗ 25 ਕੰਪਿਊਟਰ ਚੱਲ ਰਹੇ ਨੇ ਔਰ ਸਾਡੇ ਕੈਮਰੇ ਲੱਗੇ ਹੋਏ ਨੇ। ਆਨਲਾਈਨ ਡਿਪਾਰਟਮੈਂਟ ਜਿਹੜਾ ਸਾਡਾ ਸਾਨੂੰ ਲਾਈਵ ਦੇਖ ਸਕਦਾ ਹੈ। ਇਹਦੇ ਨਾਲ ਹੀ ਨਾਲ ਜਿਹੜਾ ਸਾਡੇ ਲਈ ਸੁਪਨਾ ਸੀ ਕਿ ਕਲਾਸ ਦੇ ਵਿੱਚ ਜਾਂ ਸਕੂਲ 'ਚ ਕੋਈ ਟੀਵੀ ਲੱਗ ਜਾਊਗਾ, ਉਹ ਵੀ ਅੱਜ ਹਰੇਕ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਜਿਹੜੇ ਆ LED ਲੱਗੀਆਂ ਹੋਈਆਂ ਨੇ। ਸਕੂਲਾਂ ਦੀ ਉਹਨੂੰ ਵਧਾਈਏ। ਸਾਡੇ ਲਈ ਇਹ ਜਿਹੜਾ ਨਵਾਂ ਸਾਡੇ ਸਾਰੇ ਸਕੂਲਾਂ ਦੇ ਵਾਸਤੇ, ਚਾਹੇ ਉਹ ਮਿਡਲ ਨੇ, ਚਾਹੇ ਉਹ ਹਾਈ ਨੇ, ਪ੍ਰਾਇਮਰੀ ਨੇ ਜਾਂ ਸੀਨੀਅਰ ਸੈਕੰਡਰੀ ਨੇ, ਇਹ ਸਾਡੇ ਲਈ ਸਭ ਤੋਂ ਜਿਹੜਾ ਵੱਡਾ ਚੈਲੰਜ ਹੈ। ਔਰ ਸਾਡੇ ਮਿਹਨਤੀ ਅਧਿਆਪਕਾਂ ਨੇ ਇਸ ਚੈਲੰਜ ਨੂੰ ਕਿਹੜੇ ਮੱਥੇ ਕਬੂਲਿਆ ਹੋਇਆ ਹੈ। ਜਦੋਂ ਤੱਕ ਤੁਹਾਡੇ ਵਰਗੇ ਸਾਥੀਆਂ ਦਾ ਸਾਡੇ ਸਿਰ ਤੇ ਆਸ਼ੀਰਵਾਦ ਰਹੇਗਾ ਤਾਂ ਮੇਰਾ ਖਿਆਲ ਹੈ ਜਿਹੜੇ ਪੰਜਾਬ ਦੇ ਸਕੂਲ ਨੇ ਉਹਦੇ ਜ਼ਰੂਰ ਨਹੀਂ ਕਿ ਅਸੀਂ ਇੰਡੀਆ ਵਿੱਚੋਂ ਟੌਪ ਕਰਾਂਗੇ। ਜਿੰਨੀਆਂ ਵੀ ਸਾਡੀਆਂ ਗਰਾਊਂਡ ਨੇ, ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਕੋਰੀਡੋਰ ਹੈ, ਕਿਤੇ ਵੀ ਬੈਡਮਿੰਟਨ ਦੀ ਗਰਾਊਂਡ ਨੂੰ ਕਿੰਨਾ ਸਜਾਇਆ ਹੋਇਆ ਰੰਗ ਕਰਕੇ। ਜਿਹੜੇ ਮਰਜ਼ੀ ਸਕੂਲ 'ਚ ਚੱਲ ਜਾਈਏ ਉੱਥੇ ਅਲੱਗ-ਅਲੱਗ ਬੈਡਮਿੰਟਨ ਦੀ, ਬਾਸਕਟਬਾਲ ਦੀ ਜਾਂ ਜਿਹੜੀ ਵੀ ਗਰਾਊਂਡ ਹੈ ਵਾਲੀਬਾਲ ਦੀ, ਉਹਨੂੰ ਸਭ ਕਿਸੇ ਤਰੀਕੇ ਨਾਲ ਸਜਾਇਆ ਹੋਇਆ ਹੈ। ਕੋਈ ਵੀ ਸਕੂਲ ਦੀ ਦੀਵਾਰ ਇੱਦਾਂ ਦੀ ਨਹੀਂ ਹੈ ਜਿਹਦੇ ਉੱਪਰ ਜਿਹੜਾ ਚਿੱਤਰਣ ਨਾ ਕੀਤਾ ਗਿਆ ਹੋਵੇ। ਤਾਂ ਜਦੋਂ ਵੀ ਸਕੂਲ 'ਚ ਜਦੋਂ ਬੱਚਾ ਐਂਟਰ ਕਰਦਾ ਹੈ, ਆਟੋਮੈਟਿਕ ਉਹਦੀ ਜਿਹੜੀ ਅਟਰੈਕਸ਼ਨ ਹੈ ਸਕੂਲ ਵਾਲਾ ਜਿਹੜੀ ਹੋ ਜਾਂਦੀ ਹੈ। ਬੇਸ਼ੱਕ ਅਸੀਂ ਕੋਵਿਡ ਵਰਗੀ ਸਿਚੁਏਸ਼ਨ ਦੇ ਵਿੱਚ 2 ਸਾਲ ਅਸੀਂ ਉਹਨੂੰ ਪਿੰਡੇ ਤੇ ਹੰਢਾਇਆ ਹੈ ਤੇ ਉਹਦੇ ਸਾਡੇ ਬੱਚਿਆਂ ਨੂੰ ਸਾਡੇ ਨਾਲੋਂ ਥੋੜ੍ਹਾ ਜ਼ਰੂਰ ਦੂਰ ਕੀਤਾ ਹੈ। ਕੋਈ ਦੋ ਕਦਮੀ ਨਹੀਂ ਹੈ, ਪਰ ਫਿਰ ਵੀ ਸਾਡੇ ਸਾਰੇ ਸਾਥੀਆਂ ਦੇ ਪੂਰਨ ਸਹਿਯੋਗ ਸਦਕਾ ਅੱਜ ਦੁਬਾਰਾ ਜਿਹੜੀ ਲਾਈਨ ਗੱਡੀ ਆ ਉਹ ਲੈਣ ਤੇ ਆ ਗਈ ਹੈ। ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਇਸ ਵਾਰ ਤੁਹਾਡੇ ਪੇਪਰ ਹੋਣ ਜਾ ਰਹੇ ਨੇ ਉਹਦੇ ਵਿੱਚ ਵੀ ਤੁਹਾਡਾ ਜ਼ਿਲ੍ਹਾ ਮੈਰਿਟਾਂ ਲਿਆ ਕੇ ਪੂਰੇ ਪੰਜਾਬ ਦੇ ਵਿੱਚ ਆਪਣੇ ਸਕੂਲਾਂ ਦਾ, ਆਪਣੇ ਅਧਿਆਪਕਾਂ ਦਾ, ਆਪਣੇ ਮਾਂ-ਬਾਪ ਦਾ ਜਿਹੜਾ ਨਾਮ ਉਹ ਰੌਸ਼ਨ ਕਰਦਾ ਰਹੇਗਾ। ਸੋ ਮੈਂ ਇਹਨਾਂ ਵਿਚਾਰਾਂ ਦੇ ਨਾਲ ਆਪਣੇ ਵਿਚਾਰਾਂ ਨੂੰ ਵਿਰਾਮ ਲਗਾਉਂਦਾ ਹਾਂ। ਪਿਆਰਿਆਂ ਬੱਚਿਆਂ ਨੂੰ ਉਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਬਹੁਤ ਚੰਗੀਆਂ ਦਿਸ਼ਾਵਾਂ ਦਿੱਤੀਆਂ ਕਿ ਉਹ ਕਿਸ ਤਰ੍ਹਾਂ ਆਪਣਾ ਜਿਹੜਾ ਵਜ਼ੀਫਾ ਪ੍ਰਾਪਤ ਕਰ ਸਕਦੇ ਆ, ਕਿੰਨਾ ਲੰਬਾ ਸਮਾਂ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਵਜ਼ੀਫਾ ਲੈ ਕੇ ਆਪਣੀ ਪੜ੍ਹਾਈ ਕਰ ਸਕਦੇ ਆ। ਬਹੁਤ ਧੰਨਵਾਦ ਸਰ। ਹੁਣ ਮੈਂ ਬੇਨਤੀ ਕਰਦਾ ਹਾਂ ਸ਼੍ਰੀ ਪਰਵਿੰਦਰ ਸਿੰਘ ਭੱਲਾ ਜੀ ਨੂੰ ਕਿ ਉਹ ਬੱਚਿਆਂ ਦੇ ਨਾਲ ਰੂਬਰੂ ਹੋਣ। ਸ਼੍ਰੀ ਪਰਵਿੰਦਰ ਸਿੰਘ ਜੀ ਭੱਲਾ। ਅੱਜ ਦੇ ਸਮਾਗਮ ਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਸੁਰਿੰਦਰਪਾਲ ਸਿੰਘ ਜੀ ਭੱਗਲ ਜੁਗੇ, ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਰੇਸ਼ਮ ਸਿੰਘ ਜੀ ਭੱਗਲ ਤੇ ਸਰਦਾਰ ਇਸੇ ਪਿੰਡ ਦੇ ਸਰਪੰਚ ਸਾਹਿਬ ਰਣਜੀਤ ਸਿੰਘ ਜੀ ਜਾਹਲ ਤੇ ਪਾਰਟੀ ਸਾਹਿਬਾਨ ਸਾਡੇ ਗੁਰਦਿਆਲ ਸਿੰਘ ਜੀ, ਸਾਬਕਾ ਸਰਪੰਚ ਸਰਦਾਰ ਕੇਸਰ ਰਾਮ ਜੀ, ਮੇਰੇ SLC ਦੇ ਚੇਅਰਮੈਨ ਬੂਟਾ ਰਾਮ ਜੀ ਤੇ ਸਾਡੇ ਤੌਰ ਤੇ ਵਿਸ਼ੇਸ਼ ਤੌਰ ਤੇ ਮੇਰੇ ਮਹਿਕਮੇ ਦੇ ਰਾਜੇ ਨੂੰ ਕਹਿ ਸਕਦੇ ਆ ਜਿਹੜੇ ਸਾਰੇ ਬਾਤ ਕਰਦੇ ਆ ਸਾਰੇ ਸਕੂਲਾਂ ਨੂੰ ਤੇ ਜਿਹੜੇ ਬਹੁਤ ਹੀ ਕਾਬਲ ਇਹ ਸਾਡੇ ਤਦੇ ਪਹੁੰਚੇ ਆ ਮੈਥ ਦੇ, ਸਾਇੰਸ ਦੇ ਤੇ SSC ਦੇ। ਉਹਨਾਂ ਦੇ ਵਿੱਚ ਸਾਡੇ ਪਹਿਲਾਂ ਬਰਾਦਰ ਬੋਲ ਕੇ ਗਏ ਆ ਸਰਦਾਰ ਕਲਾਮ ਸਿੰਘ ਜੀ ਮਾਹੀ, ਉਹਨਾਂ ਦੇ ਨਾਲ ਸਾਇੰਸ ਦੇ ਬਹੁਤ ਹੀ ਹੋਣਹਾਰ ਸੁਰਿੰਦਰ ਲਾਲ ਜੀ ਸਾਇੰਸ ਦੇ ਤੇ ਸਾਡੇ ਕੋਲ SSC ਦੇ ਡਾਕਟਰ ਜਸਵਿੰਦਰ ਸੰਧੂ ਜੀ ਤੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਯੂ ਦਫ਼ਤਰ ਤੋਂ ਪਹੁੰਚੇ ਆ ਸਾਡੇ DSS ਸਾਹਿਬ ਡਿਸਟ੍ਰਿਕਟ ਸਾਇੰਸ ਸੁਪਰਵਾਈਜ਼ਰ ਸਰਦਾਰ ਸਤਨਾਮ ਸਿੰਘ ਜੀ,
ਜੋ ਹੁਣੇ ਸਾਨੂੰ ਆਪਣੇ ਵਿਚਾਰ ਦੱਸ ਕੇ ਗਏ ਆ। ਤੇ ਹੋਰ ਵੀ ਜਿਹੜੇ ਸਾਡੇ ਕੋਲ ਸਾਬਕਾ ਫੌਜੀ ਜੀ ਵੀ ਆਏ ਆ ਤੇ ਜਿਹੜੇ ਸਾਡੇ ਕੋਲ ਜਿਹੜੇ ਫੂਡ ਵਗੈਰਾ ਕੋਈ ਪ੍ਰੋਬਲਮ ਹੋਵੇ ਚੈੱਕ ਕਰਦੇ ਰਹਿੰਦੇ ਆ ਕਿ ਉਹਨਾਂ ਦਾ ਵੀ ਮੈਂ ਤੇ ਆਪਣੇ ਵੱਲੋਂ ਤੇ ਮੈਂ ਪ੍ਰਾਇਮਰੀ ਸਕੂਲ ਵੱਲੋਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਵੀ ਕਰਦਾ, ਜੀ ਆਇਆਂ ਵੀ ਆਖਦਾ। ਅੱਜ ਦਾ ਜਿਹੜਾ ਬਹੁਤ ਵਧੀਆ ਉਪਰਾਲਾ ਦੱਸਿਆ ਸਕੂਲ ਜਦੋਂ ਮੈਂ 2004 ਚ ਆਇਆ ਸੀ, ਬਿਲਡਿੰਗ ਮੇਰੇ ਸਮੇਂ ਦੀ ਬਣੀ ਹੋਆ 2004 ਚ ਇੱਕ ਬਿਲਡ ਹੋਈ ਸੀ। ਤੇ ਪਹਿਲਾਂ ਇਸ ਤੋਂ ਪਹਿਲਾਂ ਮੈਂ ਬਹੁਤ ਸੀਨੀਅਰ ਸੈਕੰਡਰੀ ਸਕੂਲ, ਉਸ ਤੋਂ ਪਹਿਲਾਂ ਮੈਂ ਸਰਕਾਰੀ ਮਿਡਲ ਸਕੂਲ ਵੀ ਇੱਥੋਂ ਜੱਟਾ ਸੀ, ਸਾਰੀ ਬੜੀ ਜੱਟਾ ਵੀ ਹੈ। ਇੱਥੇ 4 ਜਾ ਕੇ ਤੇ ਆਇਆ ਮੈਂ ਇੱਥੇ ਬਿਲਡਿੰਗ ਪਹਿਲਾਂ ਪੁਰਾਣੀ ਸੀ ਬਿਲਡਿੰਗ ਤੇ ਉਹ ਥੋੜੀ ਬਹੁਤ ਚੋਦੇ ਵੀ ਸੀ ਸਾਡੇ ਮਕਾਨ ਜਿਹੜੇ ਤੇ ਉਹਨਾਂ ਵਿਸ਼ੇਸ਼ਤਾ ਵੀ ਸਾਡੇ ਮੇਰੇ ਚਾਰ ਦੇ ਬੜੇ ਸਕੂਲ ਦੇ ਤੇ ਪਹਿਲੇ ਪ੍ਰਾਇਮਰੀ ਦੇ ਸਰਟੀਫਿਕੇਟ ਕੋਲ ਦੂਸਰਾ ਬੋਰਡ ਵਾਲੇ ਬਣੇ ਸੀ। ਤੇ ਉਹਨਾਂ ਨੇ ਬੇਨਤੀ ਕੀਤੀ ਇਹਨੂੰ ਰਲ ਕੇ ਕਿ ਸਾਡਾ ਸਕੂਲ ਇਹ ਵਧੀਆ ਬਣਾ ਲਓ। ਤੇ ਸਾਰਿਆਂ ਨੇ ਐਨਆਰਆਈ ਨੂੰ ਸਹਿਯੋਗ ਦਿੱਤਾ, ਜਿਹੜੇ ਸ਼ਹੀਦ ਦੀ ਭਗਤ ਹੋਰ ਪਿੰਡ ਦੇ ਪ੍ਰਬੰਧਕ ਸਨ, ਜਿਹੜੇ ਸਾਡੇ ਲਾਲੀ ਸਨ ਐਨਆਰਆਈ ਦਾ ਜੋ ਬਾਹਰ ਹੈਗੇ ਆ ਪਿੰਡ ਦੇ ਵੱਲੋਂ ਵੀ ਲੋਕ ਜਿੰਨਾ ਵੀ ਆਪਣਾ ਬਿਲਕੁਲ ਭੇਜਾ ਕੀਤਾ ਇਸ ਸਕੂਲ ਵਾਸਤੇ। 2004 ਚ ਬਿਲਡਿੰਗ ਤਕਰੀਬਨ 3 ਦੀ ਸ਼ੁਰੂ ਹੋਈ ਆ, 4-5 ਦੇ ਵਿੱਚ ਕੰਪਲੀਟ ਹੋ ਗਈ ਸੀ। ਸਕੂਲ ਵੀ 73 ਦਾ ਬਣਿਆ ਆ। ਮੈਂ ਮੀਡੀਆ ਵੀ ਮੋਡਲ ਕਰ ਰਿਹਾ ਆ। ਮੈਂ ਹੱਥ ਜੋੜ ਕੇ ਬੇਨਤੀ ਵੀ ਜ਼ਰੂਰ ਕਰਦਾ ਪੰਜਾਬ ਸਰਕਾਰ ਨੂੰ, ਕੋਸ਼ਿਸ਼ ਕਰੋ ਕਿ 10ਵੀਂ ਤੱਕ ਬਣਾ ਦਿੱਤਾ ਜਾਵੇ ਤੇ ਸਾਡੀਆਂ ਪ੍ਰਾਪਤੀਆਂ ਮਿਡਲ ਸਕੂਲਾਂ ਦੇ ਵਿੱਚ ਪੰਜਾਬ ਦੇ ਸਾਡੇ ਬਰਾਬਰ ਦਾ ਕੋਈ ਸਕੂਲ ਨਹੀਂ ਹੋਊਗਾ। ਤੇ ਜਿਹੜਾ ਜਿੰਨੀ ਸਾਡੀਆਂ ਪ੍ਰਾਪਤੀਆਂ ਆ, ਜਿੰਨਾ ਇਹਨਾਂ ਨੇ ਪੈਸਾ ਇਸ ਸਕੂਲ 'ਤੇ ਲਾਇਆ, ਸ਼ਾਇਦ ਕੋਈ ਪੰਜਾਬ ਦੇ ਸਕੂਲ ਹੋਊਗਾ ਜਿਹੜਾ ਇੰਨਾ ਪੈਸਾ ਲਾ ਰਿਹਾ। ਇਸ ਕਰਕੇ ਮੇਰੀ ਬੇਨਤੀ ਵੀ ਹੈ ਇਹਨਾਂ ਨੂੰ ਵੀ ਹੈ, ਤੁਸੀਂ ਵੀ ਐਫਰਟ ਕਰੋ, ਅਸੀਂ ਵੀ ਐਫਰਟ ਕਰਾਂਗੇ ਤਾਂ ਜੋ ਜਿਹੜੇ ਬੱਚੇ ਜਿਹੜੇ ਆ ਬਾਹਰੋਂ ਵੀ ਆਉਂਦੇ ਆ ਉਹ ਵੀ 10ਵੀਂ ਤੱਕ ਇੱਥੇ ਟਿਕੇ ਰਹਿਣ। ਤੇ ਹੁਣ ਦੇਖੋ 9 ਦੇ ਬੱਚਿਆਂ ਨੇ ਜਾਣਾ ਆ, ਜਦੋਂ ਅਸੀਂ ਮਾਪਿਆਂ ਨੂੰ ਜਾ ਕੇ ਕਹਿੰਦੇ ਆ ਕਿ ਸਾਡੇ ਸਕੂਲ ਦੇ ਦਾਖਲ ਹੋਊਗਾ ਤਾਂ ਸਾਡੀ 3 ਸਾਲ ਤੁਹਾਡੇ ਕੋਲ ਰਹਿਣਾ, ਫਿਰ 9 ਦਾ ਅਸੀਂ ਫਿਰ ਸਾਨੂੰ ਬੱਚਾ ਪਕੜਨਾ ਪੈਣਾ, ਫਿਰ ਅਸੀਂ ਲਿਜਾਵਾਂਗੇ ਉੱਥੇ ਨੂੰ। ਤੇ ਫਿਰ ਵੀ ਜਿਹੜੇ ਬੱਚੇ ਸਿਆਣੇ ਮਾਪੇ ਸਿਆਣੇ ਆ ਉਹ ਸਾਡੀ ਗੱਲ ਮੰਨ ਲੈਂਦੇ ਆ। ਕੋਈ ਗੱਲ ਨਹੀਂ 3 ਸਾਲ ਮੈਂ ਕਿਹਾ ਬੇਸ ਅਸੀਂ ਤੁਹਾਨੂੰ ਵਧੀਆ ਬਣਾ ਕੇ ਦੇਵਾਂਗੇ। ਜਿਹੜਾ ਤਾਂ ਬੱਚਾ ਵਧੀਆ ਹੁੰਦਾ ਮਿਹਨਤ ਕਰ ਜਾਂਦਾ, ਥੋੜ੍ਹਾ ਜਿਹਾ ਦਫ਼ਤਰ ਵੀ ਰੱਖੀਦਾ ਆ ਤੇ ਉਹਦੇ ਨਾਲ ਬੱਚਾ ਜਿਹੜਾ ਸਾਡਾ ਵਧੀਆ ਬਣ ਕੇ ਤੁਸੀਂ ਮੈਨੂੰ ਵੀ ਬਾਬਾ ਇੰਟਰਨੈਸ਼ਨਲ 'ਚ ਹੋਰ ਨਵੇਂ ਸ਼ਹਿਰ ਵੀ ਬੱਚੇ ਸਾਡੇ ਸਕੂਲ ਤੋਂ ਜਾਂਦੇ ਆ ਔਰ ਲੋਕੀ ਸਾਨੂੰ ਕਹਿੰਦੇ ਆ ਕਿ ਸਾਡੇ ਵਧੀਆ ਬੱਚੇ ਸਾਨੂੰ ਦੇ ਦਿੱਤੇ ਜਾਣ, ਭਾਵੇਂ ਇੱਕ ਬੱਚਾ ਦੇ ਦੇ ਸਾਨੂੰ 2 ਬੱਚੇ ਦੇ ਦੇ, ਸਾਨੂੰ ਵਧੀਆ ਬੱਚੇ ਦੇ ਦੇ। ਇਹ ਸਾਡੇ ਡੀਐਸ ਸਾਹਿਬ ਦਾ ਦੱਸ ਕੇ ਰਹੇ ਆ। ਬਾਕੀ ਇਹ ਜਿਹੜਾ ਸਕੂਲ ਹੈ ਜਿਹਨੂੰ ਜੀਵੇ ਵਾਲਾ ਸਕੂਲ ਵੀ ਕਿਹਾ ਜਾਂਦਾ ਹੈ, ਅਗਰ ਕੋਈ ਸਕੂਲ ਬੜੇ ਸਕੂਲ ਜੀਵੇ ਵਾਲਾ ਸਕੂਲ ਵੀ ਕਿਹਾ ਜਾਂਦਾ। ਤੇ ਤਕਰੀਬਨ ਐਨਐਸਐਸ ਪੀਐਸਟੀ ਦੇ ਵਿੱਚੋਂ ਪਹਿਲਾ ਸਕੂਲ ਹੋਊਗਾ 40 ਲੱਖ ਦਾ ਜੀਵਾ ਬੱਚਾ ਹੈ ਜਿਹੜੇ ਸਕੂਲ ਦੇ ਬਰਾਬਰ। ਹੁਣ ਪੇਪਰ ਜਦੋਂ ਹੋਇਆ ਨਹੀਂ ਸੀ, ਉਹ ਪਤਾ ਨਹੀਂ ਸਰਕਾਰ ਨੇ ਪੇਪਰ ਲਿਆ ਕਿ ਨਹੀਂ ਲੈਣਾ, ਚਲੋ ਤਿਆਰੀ ਸਾਡੀ ਹੈਗੀ ਆ। ਤੇ ਉਹਦੇ ਵਿੱਚ ਇੱਕ ਮੈਡਲ ਦੇ ਵਿੱਚ ਆਉਣਾ ਹੈ ਤਕਰੀਬਨ 30-40 ਹਜ਼ਾਰ ਬੱਚਾ ਪੀਰ ਹੁੰਦਾ, 50 ਦੇ ਨੀਰ ਮੋੜ ਚਲੇ ਜਾਂਦਾ ਬੱਚਾ ਪੂਰੇ 3 ਜ਼ਿਲ੍ਹਿਆਂ ਦੇ ਵਿੱਚੋਂ ਬੱਚਿਆਂ ਨੇ ਪੀਰ ਹੋਣਾ। ਤਾਂ ਉਹਦੇ ਵਿੱਚੋਂ ਇਸ ਸਕੂਲ ਨੇ ਛੋਟੇ ਸਕੂਲ ਨੇ ਭਗਤ ਖੁਰਦ ਸਕੂਲ ਨੇ ਪੰਜਾਬ ਦੇ ਵਿੱਚੋਂ ਪਹਿਲੀਆਂ ਪੋਜੀਸ਼ਨ ਟੌਪ ਵੀ ਕੀਤਾ ਇਸ ਸਕੂਲ ਦੇ ਬੱਚਿਆਂ ਨੇ। ਟੌਪ ਕਰਕੇ ਪਹਿਲੇ ਨੰਬਰ ਦੀ ਪੋਜੀਸ਼ਨ ਆਈ ਹੈ, ਸਾਡੀ ਦੂਜੇ ਦੀ ਵੀ ਆਈ ਹੈ, ਤੀਜੇ ਦੀ ਵੀ ਆਈ ਆ। ਔਰ ਤੁਸੀਂ ਵੀ ਹੈਰਾਨ ਹੋਗੇ ਇਸ ਸਕੂਲ ਦੇ ਸਾਡੇ ਕੋਲ ਕੁੜੀਆਂ ਹੈਗੀਆਂ, ਲੜਕੀਆਂ ਬੈਠੀਆਂ। ਪਿਛਲੇ ਸਾਲ 3 ਕੁੜੀਆਂ ਪੰਜਾਬ ਲੈਵਲ ਦੀ ਕਬੱਡੀ ਵੀ ਖੇਡ ਕੇ ਆਏ ਆ। ਕੁਝ ਬੱਚਾ ਦਾ ਸਰੀਰ ਆ ਉਹ ਵੀ ਬੱਚਾ ਦੌੜ ਕੇ ਆਇਆ ਪੰਜਾਬ ਲੈਵਲ 'ਤੇ। ਇਹ ਇੱਦਾਂ ਦੀਆਂ ਹੋਰ ਵੀ ਇਵੈਂਟਸ ਦੇ ਹਾਲੇ ਪਿੱਛੇ ਆਪਣੇ ਕੁਇਜ਼ ਕੰਪੀਟੀਸ਼ਨ ਹੋਇਆ ਤੇ ਅਸੀਂ 1 ਨੰਬਰ 'ਤੇ ਲੂਜ਼ ਕੀਤਾ, ਉਸ ਵਿੱਚ ਸੈਕਿੰਡ ਲੱਗੇ ਸੀ। ਉਹ ਵੀ ਬੱਚੇ ਮੈਂ ਤੁਹਾਨੂੰ ਰੂਬਰੂ ਕਰਾਊਂਗਾ। ਉਹ ਸਾਡੇ ਬਹੁਤ ਹੀ ਵਧੀਆ ਸਟਾਰ ਆ ਉਹ ਬੱਚੇ ਜਿਹੜੇ ਤੁਹਾਨੂੰ ਡਰਾਮਾ ਦੇ ਬਾਅਦ 'ਚ ਵਜਾਣਾ ਨਹੀਂ। ਇਹ ਉਹ ਵੀ ਬੱਚੇ ਸਾਡੇ ਕਿੰਨੇ ਬੇੜੀਆਂ ਆ ਬਹੁਤ ਹੀ ਵਧੀਆ। ਜਿਹਨੂੰ ਕਹਿੰਦੇ ਫਾਸਟ ਵਾਲਾ ਬੱਚਾ ਜਿਹੜਾ ਸਾਡਾ ਸੁਨੀਤਾ ਰਾਣੀ ਆ ਉਹ ਉਸ ਨੂੰ ਜੇ ਘਰ ਦੀਆਂ ਮੈਂ ਮਾਇਰ ਨਾ ਕਰਿਓ ਸਾਰੇ ਅਸੀਂ ਚੰਗੇ ਘਰਾਂ ਦੇ ਬੈਠੇ ਆ, ਟੀਚਰ ਸਾਹਿਬਾਨ ਵੀ ਬੈਠੇ ਆ, ਪਿੰਡ ਦੇ ਵੀ ਬੈਠੇ ਆ, ਉਹਨਾਂ ਦੇ ਬੱਚੇ ਪੜ੍ਹੇ ਆ। ਪਰ ਉਹ ਬੱਚਾ ਤੁਸੀਂ ਮੰਨੋਗੇ ਮੈਂ ਲਾਗੂ ਬੋਲਣਾ ਨਹੀਂ ਕਰਦਾ ਕਿ ਉਹਦੀ ਘਰ ਦੀ ਹਾਲਤ ਬਿਲਕੁਲ ਸਹੀ ਨਹੀਂ। ਉਹ ਲਾਈਟ ਬਣੀ ਹੈਗੀ ਉਸ ਘਰ 'ਚ ਤੇ ਉਹ ਬੱਚਾ ਸਾਡੇ ਕੋਲ ਇੱਦਾਂ ਦਾ ਬੱਚਾ ਵੀ ਹੈਗਾ ਆ। ਤੇ ਲਾਈਟ ਵੀ ਉਹ ਜਿਸ ਘਰ 'ਚ ਰਹਿੰਦੇ ਆ ਉਹ ਲਾਈਟ ਨੂੰ 10 ਵਜੇ ਬਾਅਦ ਬੱਤੀ ਬੰਦ ਕਰ ਦਿੰਦੇ ਆ।
और ਤੁਸੀਂ ਮੰਨੋਗੇ ਜਦੋਂ ਸਾਡਾ ਪੁਲਿਸ ਕੰਪੀਟੀਸ਼ਨ ਹੋਣਾ ਸੀ ਇਹਨੂੰ ਮੈਂ ਮੋਮਬੱਤੀਆਂ ਸੋਨੇ ਦੀ ਦੁਕਾਨ ਤੋਂ ਲਿਆ ਕੇ ਬੱਚੇ ਨੂੰ ਪੁੱਛੋ ਮੈਂ ਝੂਠੀ ਕਦੀ ਕੋਈ ਦੱਸੇ ਜੋ ਕਹਿੰਦਾ ਬਿਲਕੁਲ ਸੱਚ ਕਹੂੰਗਾ ਤੇ ਉਸ ਬੱਚੇ ਨੂੰ ਮੋਮਬੱਤੀਆਂ ਮੈਂ ਉਹ ਦੀਵੇ ਹੈਗੇ ਕਹਿੰਦੇ ਡੀਜ਼ਲ ਦੇ ਨਾਲ ਅਸੀਂ ਪੜ੍ਹਦੇ ਆ ਏਦਾਂ ਦੇ ਬੱਚੇ ਵੀ ਇਸ ਸਕੂਲ ਦੇ ਵਿੱਚ ਹੈਗੇ ਉਹ ਮੈਂ ਸਟਾਰ ਬਣਾਇਆ ਉਹ ਮੇਰੇ ਸਟਾਫ ਨੇ ਕੀਤਾ ਮੇਰਾ ਸਟਾਫ ਨਹੀਂ ਜਿਕਵਾ ਜੀ ਮੈਂ ਕੋਈ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਆ ਤੇ ਜਿਹਨਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰਾ ਸਾਥ ਦੇ ਕੇ ਇਸ ਤੱਕ ਅਸੀਂ ਸਕੂਲ ਨੂੰ ਬਲਦੀਆਂ ਤੱਕ ਲੈ ਗਏ ਪੰਜਾਬ ਲੈਵਲ ਤੱਕ ਸਾਡਾ ਨਾਮ ਪੂਰਾ ਚੱਲਦਾ ਆ ਔਰ ਸਾਡੇ ਕੋਲ ਮੈਡਮ ਹਰਜੀਤ ਕੌਰ ਸਾਡੇ ਕੋਲ ਜਿਹੜੇ ਸਾਰਾ ਸਕੂਲ ਤੋਂ ਆਏ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਜ਼ਰੂਰ ਕਰਦੇ ਹਾਂ ਕਿ ਬੇਟਾ ਰੱਬ ਦੀ ਮਿਹਨਤ ਕਰ ਆਈ ਉੱਚੇ ਦੇਖੋ ਇੰਨਾ ਵੀ ਤੁਹਾਨੂੰ ਤੁਹਾਡੀ ਮਾਨ ਸਰਕਾਰ ਦੇ ਬੱਚੇ ਲਾਗੂਗੇ ਇਹ ਮੈਨੂੰ ਪਿੰਡ ਵਾਲੇ ਤੇ ਵਿਸ਼ਵਾਸ ਆ ਕਿਉਂਕਿ ਮੈਂ ਪਰਖ ਵੀ ਚੁੱਕਾ ਆ ਜੋ ਵੀ ਮੈਂ ਸਰਪੰਚ ਸਾਹਿਬ ਨੂੰ ਕਹਿੰਦਾ ਆ ਸਾਬਕਾ ਸਰਪੰਚ ਨੂੰ ਕਹਿੰਦਾ ਜੋ ਐਸਐਮਸੀ ਦੇ ਚੇਅਰਮੈਨ ਨੂੰ ਕਹਿੰਦੇ ਆ ਉਹ ਕੁਝ ਨਾ ਕੁਝ ਜਿੰਨਾ ਵੀ ਹਮਲਾ ਆਪਣਾ ਕਰਦੇ ਆ ਕਿ ਉਹ ਸਾਨੂੰ ਜ਼ਰੂਰ ਕੁਝ ਨਾ ਕੁਝ ਦੇ ਕੇ ਜਾਂਦੇ ਆ ਰੈਵਨਿਊ ਕੋਲ ਵੀ ਜਿਹੜੇ ਕੋਲ NRI ਆਉਂਦੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਉਹ ਵੀ ਬੱਚਿਆਂ ਦਾ ਖਿਆਲ ਰੱਖਦੇ ਆ ਤੇ ਇਹ ਸਾਡਾ ਅਸੀਂ ਇਹ ਕੋਸ਼ਿਸ਼ ਕਰਾਂਗੇ ਅਸੀਂ ਕਿ ਜਿੰਨਾ ਵੀ ਕੋਸ਼ਿਸ਼ ਕਰਾਂਗੇ ਸਾਡਾ ਜਿਹੜਾ ਸਕੂਲ ਹਾਈ ਤੱਕ ਬਣ ਜਾਵੇ ਤੇ ਮੈਂ ਇਹਨਾਂ ਦੀ ਜ਼ਰੂਰ ਬੇਨਤੀ ਕਰੂੰਗਾ ਕਿ ਤੁਸੀਂ ਵੀ ਆਪਣਾ ਯੋਗਦਾਨ ਜ਼ਰੂਰ ਪਾਓ ਪਿੰਡੇ ਕੋਲ ਕੋਈ ਨਹੀਂ ਹੈਗਾ ਸਾਰੇ ਕਮਰੇ ਸਾਡੇ ਕੋਲ ਹੈਗੇ 10ਵੀਂ ਤੱਕ ਬਣ ਵੀ ਜਾਵੇ ਸਾਡੇ ਪਿੰਡੇ ਬਿਲਕੁਲ ਆਪਣੇ ਜਿਹਾ ਕੋਈ ਇੱਦਾਂ ਦੀ ਗੱਲ ਨਹੀਂ ਤੇ ਸਾਡਾ ਕੰਮ ਕਲੀਅਰ ਕਰ ਸਕਦਾ ਹੈ ਤੇ ਕੋਈ ਵੀ ਯੂਨੀਵਰਸਿਟੀ ਦਾ ਬੱਚਾ ਮੇਰੇ ਇੱਦਾਂ ਦਾ ਜਿਹੜਾ ਬੱਚਾ ਮੇਰੇ ਪੰਜਾਬ ਤੋਂ ਪਹਿਲਾਂ ਨੌਕਰੀ ਦਾ PSC ਦਾ ਰਾਤ ਨੂੰ ਵੀ ਬੈਠੇ ਆ ਇਸ ਤੋਂ ਦਾ ਬੱਚੇ ਨੂੰ ਹੋ ਗਿਆ ਉਹਨਾਂ ਬਰਜੇਸ਼ ਆ ਕਮੇਟੀ ਦਾ ਸੀ ਉਹ ਚੁੱਪੀ ਚਲਾ ਗਿਆ ਮੁੰਡਾ ਉਹਨਾਂ ਕਹਿੰਦੇ ਕੋਲ ਕੰਪਨੀ ਦੀ ਰੇੜੀ ਲਾਉਂਦਾ ਸੀ ਜਦੋਂ ਸ਼ਾਮ ਨੂੰ ਆਪਣੇ ਪਾਪਾ ਦੇ ਕੋਲ ਬੈਠ ਕੇ ਕਿਤਾਬ ਪੜ੍ਹੀ ਜਾਂਦਾ ਹੁੰਦਾ ਸੀ ਗਵਰਨਮੈਂਟ ਸੈਕਟਰ ਨੂੰ ਪੰਜਾਬ ਦੇ ਨੂੰ ਟੌਪ ਬਣਾਇਆ ਸੋ ਬੱਚਾ ਸਾਡੇ ਕੋਲ ਕੋਈ ਉਹ ਬੱਚਾ ਸੀ ਉਹ ਬੱਚਾ ਇਹ ਕਾਲੀ ਮਾਨੋ ਬੱਚੇ ਦੇ ਨਾਲ ਸਾਡੀ ਖਾਤਰ ਦੇਖੋ ਮੇਰਾ ਸਟਾਫ ਦਾ ਖਾਤਾ ਮੈਂ ਤਾਂ ਨਿਯਮ ਕਰ ਲਿਆ ਕਿ ਅਸੀਂ ਸਟਾਰ ਅਸੀਂ ਤੁਹਾਨੂੰ ਜਿਹੜੇ ਤੁਸੀਂ ਬੱਚੇ ਆ ਜਿਹੜਾ ਤੁਸੀਂ ਸਾਨੂੰ ਤੁਸੀਂ ਜਦੋਂ ਟੌਪ ਕਰਦੇ ਆ ਸਾਡਾ ਮਾਨ ਸਰਕਾਰ ਬਣਦਾ ਆ ਸਾਡੇ ਕੋਲ ਸਾਡੇ ਜ਼ਿਲ੍ਹਾ ਕੋਆਰਡੀਨੇਟਰ ਕਰਿੰਦਰ ਮੰਗਾ ਜੀ ਨੂੰ ਪਹੁੰਚੇ ਆ ਇਹਨਾਂ ਦੇ ਪਹੁੰਚੇ ਤੇ ਉਹ ਬੱਚਾ ਵੀ ਸਾਡੇ ਕੋਲ ਸੀ ਕਰਦਾ ਤੇ ਬੱਚੇ ਨੇ ਜਿਹੜਾ ਪੰਜਾਬ ਦੇ ਵਿੱਚ ਟੌਪ ਕਰਕੇ ਸਾਨੂੰ ਪਹਿਲੀ ਸਾਡਾ ਟੌਪਰ ਬੱਚਾ ਪੰਜਾਬ ਦਾ ਉਹ ਬੱਚਾ ਬਣਿਆ ਸੀ ਸਾਡਾ ਪ੍ਰਵਾਸੀ ਵੀਰੂਗਾ ਦਾ ਬੱਚਾ ਉਸ ਘਰ ਦੀ ਹਾਲਤ ਬੜੀ ਮਾੜੀ ਸੀ ਉਹ ਵੀ ਮੈਂ ਕੋਸ਼ਿਸ਼ ਨਹੀਂ ਕਰਦਾ ਉਸ ਹਿਸਾਬ ਨੂੰ ਮੈਂ ਵਾਅਦਾ ਕਰਦਾ ਆ ਕਿ ਹੁਣ ਵੀ ਜੇ ਕੋਈ ਟੈਸਟ ਹੈ ਸਰਕਾਰ ਨੇ ਕੋਈ ਡੇਟ ਦੇ ਦਿੱਤੀ ਹੁਣ ਵੀ ਬੱਚਾ ਸਾਡੇ ਡਿਸਟ੍ਰਿਕਟ ਤੋਂ ਕੰਮ ਕਰਨਾ ਇਹਦੇ ਵਿੱਚ ਕੋਈ ਸਾਡਾ ਆਪ ਤਸਲੀ ਹੋਗੀ ਪੰਜਾਬ ਵੀ ਪੀਸ਼ਨ ਨਵਾਂ ਜੇ ਟੈਸਟ ਹੋਇਆ ਤਾਂ ਥੋੜਾ ਕੋਰੋਨਾ ਕਰਕੇ ਸਾਡੇ ਲਾਸ ਹੋ ਗਿਆ ਬੱਚੇ ਘਰ ਦੇ ਵਿੱਚ ਕੋਈ ਨੈਟਵਰਕ ਨਹੀਂ ਹੈਗਾ ਸੀ ਇਹ ਪੜ੍ਹ ਸਕੇ ਪਰ ਇਹ ਵੀ ਬਹੁਤ ਵਧੀਆ ਹੈ ਜਿਹੜੇ ਬੱਚੇ ਪੜ੍ਹਦੇ ਸਾਡੇ ਕੋਲ ਉਹ ਵੀ ਬੜੇ ਮਿਹਨਤੀ ਆ ਬੱਚੇ ਭੰਗੜਾ ਕਲਾ ਤੋਂ ਆਉਂਦੇ ਆ ਬੱਚੇ ਉਹ ਵੀ ਬਹੁਤ ਮਿਹਨਤੀ ਆ ਇਹਨਾਂ ਮਹੀਨੇ ਤੋਂ ਆਉਂਦੇ ਆ ਸਾਡੇ ਨਾਲ ਹੀ ਵੀ ਸਕੂਲ ਤੋਂ ਆ ਉੱਥੋਂ ਬੱਚੇ ਆਏ ਕੋਈ ਸਾਡੇ ਕੋਲ ਚੋੜਪੁਰ ਤੋਂ ਆ ਸ਼ਹਿਰ ਤੋਂ ਆ ਦੋ ਤਿੰਨ ਬੱਚੇ ਹੋਰ ਸਾਈਡਾਂ ਤੋਂ ਆਉਂਦੇ ਆ ਤੇ ਸਰਕਾਰ ਦਾ ਪੰਜਾਬ ਨੂੰ ਟ੍ਰਾਂਸਪੋਰਟ ਦੀ ਸਰਕਾਰ ਦੀ ਸਹੂਲਤ ਦੇ ਰਹੀ ਪੰਜਾਬ ਸਰਕਾਰ ਕਿ ਬੱਚੇ ਜਿੱਦਾਂ ਕੋਈ ਆਉਣਾ ਚਾਹੁੰਦੇ ਆ ਸਾਨੂੰ ਟ੍ਰਾਂਸਪੋਰਟ ਦੀ ਸਹੂਲਤ ਮਿਲਦੇ ਵਿੱਚ ਜਿਹੜਾ ਸਾਡਾ ਕੰਮ ਜਿਹੜਾ ਵਧੀਆ ਹੋ ਸਕਦਾ ਹੈ ਤੇ ਇਸ ਕਰਕੇ ਮੈਂ ਸਾਰਾ ਜਿਹੜੀ ਬਿਲਡਿੰਗ ਹੈ ਸਾਰੀ ਇਹ ਮੈਂ ਇੱਥੇ ਵੀ ਜਦੋਂ ਪੜ੍ਹੀ ਆ ਬਿਲਡਿੰਗ ਸਾਰੀ NRI ਦੀ ਕੁਛ ਗ੍ਰਾਂਟ ਸਾਨੂੰ ਪੰਜਾਬ ਸਰਕਾਰ ਤੋਂ ਮਿਲੀ ਸੀ ਮੈਚਿੰਗ ਗ੍ਰਾਂਟ ਥੋੜੀ ਜਿਹੀ 4-5 ਲੱਖ ਦੀ ਆ ਬੜੀ ਬਾਕੀ ਵੀ ਜ਼ਰੂਰ ਕਿੰਨਾ ਬਿਲਡਿੰਗ ਦੇ ਖਰਚ ਹੁੰਦਾ ਹੈ ਇਹ ਸਾਰੇ ਜਿਹੜੇ ਭੁਲਾਜ ਨੂੰ ਕਹਿ ਸਕਦੇ ਆ ਸਿਕੰਦਰਪਾਲ ਭੰਗਲ ਜੀ ਜਿਨ੍ਹਾਂ ਨੇ ਐਫਰਟ ਕਰਕੇ ਬਾਹਰੋਂ ਪੈਸਾ ਕਲੈਕਟ ਕੀਤਾ ਜੂਗੇ ਤੋਂ ਅਮਰੀਕਾ ਤੋਂ ਕੋਈ ਕੈਨੇਡਾ ਤੋਂ ਕੋਈ ਦੁਬਈ ਤੋਂ ਕੋਈ ਕਿਤੋਂ ਵੀ ਜਿੱਥੋਂ ਵੀ ਇਹਦਾ ਇਲਾ ਵਸੀਲਾ ਚੱਲਿਆ ਤੇ ਉਹ ਸਰਪੰਚ ਜੀ ਨੇ ਕਿਸ ਤਰ੍ਹਾਂ ਦੇ ਸਰਪੰਚ ਸਾਹਿਬ ਤੇ ਇਲਾ ਵਸੀਲਾ ਚੱਲਿਆ ਨੇ ਸਾਨੂੰ ਬਿਲਡਿੰਗ ਬਣਾ ਕੇ ਦਿੱਤੀ ਆ ਇਸ ਪਿੰਡ ਜਿਹੜੇ ਮੈਨੂੰ ਅੱਗੇ ਟੀਚਰ ਭਾਈ ਵੀ ਕਹਿੰਦੇ ਆ ਕਿ ਕੋਈ ਸਾਡੇ ਪਿੰਡ ਦੇ NRI ਬਹੁਤ ਸਾਥ ਦਿੰਦੇ ਆ ਤੇ ਸਾਡੇ ਪਾਣੀ ਦੀ ਸਮੱਸਿਆ ਵੀ ਸੀ ਬਹੁਤ ਸਾਰੀ ਰਸੋਈਆਂ ਪਾਣੀ ਨੂੰ ਵੀ ਸਾਡੇ ਮੈਂ ਸਰਪੰਚ ਸਾਹਿਬ ਜੀ ਸਿੰਘ ਰਾਣਾ ਜੀ ਨੂੰ ਕਿਹਾ ਇਹਨਾਂ ਨੇ ਸਾਡੇ ਪਾਣੀ ਦੀ ਸਮੱਸਿਆ ਵੀ ਬਹੁਤ ਬੜੀ ਹੱਲ ਕੀਤੀ ਨਹੀਂ ਬਹੁਤ ਵੱਡੀ ਸੀ ਉਹ ਵੀ ਇਹਨਾਂ ਦਾ ਬਹੁਤ ਪੰਚਾਇਤਾਂ ਮੇਰੇ ਹਿਸਾਬ ਨਾਲ ਮੇਰੇ ਆਉਣ ਤੱਕ 4-5 ਪੰਚਾਇਤਾਂ ਬਦਲੀਆਂ ਤੇ ਵਧੀਆ ਸਾਰੇ ਸਰਪੰਚ ਵਧੀਆ ਸੀ ਬਹੁਤ ਵਧੀਆ ਮੈਂ ਆਪਣੇ ਡੀਐਸ ਸਾਹਿਬ ਨੂੰ ਜਾਣਦਾ ਪੀਐਮ ਕੇ ਵੀ ਜਾਣਦਾ ਬੰਗਾ ਸਾਹਿਬ ਨੂੰ ਜਾਣਦਾ ਇਹਨਾਂ ਨੂੰ ਸਾਡੇ ਇੰਨਾ ਸਾਲ ਹੁੰਦੇ ਆ ਕਦੀ ਸਾਨੂੰ ਡਿਸਟਰਬ ਨਹੀਂ ਕੀਤਾ ਪਿੰਡ ਵਾਲਿਆਂ ਨੇ ਕਦੀ ਮਾਣ ਦੀ ਗੱਲ ਹੈ ਕਦੀ ਵੀ ਸਾਡਾ ਕੋਈ ਗਮਲਾ ਕੋਈ
ਕੁਛ ਵੀ ਚੋਰੀ ਤੱਕ ਨਹੀਂ ਇਹਨਾਂ ਨੇ। ਇੰਨੇ ਪਿੰਡ ਦੇ ਬਹੁਤ ਵਧੀਆ ਨੇਕ ਇਨਸਾਨ ਬੰਦੇ ਆ ਵੀ ਜਦੋਂ ਵੀ ਕੋਈ ਕੰਮ ਨੂੰ ਕਹੀਏ ਭੱਜ ਕੇ ਆਉਂਦੇ ਆ। ਤੇ ਇਸ ਕਰਕੇ ਮੈਂ ਅੱਜ ਇਹਨਾਂ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਸਾਡੇ ਨਿਰਮਲ ਸਿੰਘ ਮਾਲੀ ਆਪਣੇ ਦੱਸ ਦਿੱਤਾ ਮਾਲੀ ਸਾਹਿਬ ਨੇ ਕਿ ਇਹ ਕਹਿੰਦੇ ਕਿ ਸਾਡੇ ਟੀਚਰਾਂ ਦੀਆਂ ਬਹੁਤ ਬੜੀ ਮਿਹਨਤ ਕਰਦੇ ਆ, ਪ੍ਰਾਇਮਰੀ ਵਾਲੇ ਵੀ ਮਿਡਲ ਵਾਲੇ ਵੀ ਉਹ ਕੰਮ ਸਾਡੇ ਹੈਲਪਰ ਨੇ, ਪੂਰੀ ਟੀਮ ਵਰਕ ਹੈ, ਮੇਰਾ ਇਕੱਲੇ ਦਾ ਵਰਕ ਨਹੀਂ ਹੈਗਾ। ਆਏ ਹੈ ਕਿ ਜੇ ਥੋੜਾ ਮੁੜੀ ਦੇ ਹੋਊਗਾ ਤੇ ਨਾਲ ਨਾਲ ਦਾ ਫਿਰ ਅਗਲਾ ਵੀ ਦੇਖ ਕੇ ਕੰਮ ਕਰਨਾ ਪੈਂਦਾ। ਜੇ ਮੈਂ ਹੀ ਬਿਜ਼ੀ ਹੋ ਗਿਆ ਤਾਂ ਦੂਜੇ ਨੂੰ ਕਿਹੜਾ ਕਰਦਾ ਥੋੜਾ ਜਿਹਾ। ਇਸ ਕਰਕੇ ਸਾਨੂੰ ਸਾਡੇ ਨਿਰਮਲ ਕੁਮਾਰ ਜੀ ਸਾਡੇ ਕੋਲ ਜਿਹੜੇ ਪ੍ਰਾਇਮਰੀ ਦੇ 7-8 ਮਹੀਨੇ ਹੋਏ ਆਏ ਆ, ਇਹਨਾਂ ਨੇ ਕਾਫੀ ਵਧੀਆ ਮਾਰ ਗੱਲਾਂ ਕੰਮ ਕੀਤਾ ਹੈ। ਇਹ ਵੀ ਥੋੜਾ ਜਿਹਾ ਬਹੁਤ ਮਿਹਨਤ ਮਾਰੂਗੇ, ਟਾਈਮ ਲੱਗਦਾ ਮੇਰਾ ਸਿਰ ਹੋਣ ਨੂੰ। ਮੈਂ 18 ਸਾਲ ਦਾ ਪੁਰਾਣਾ ਆ ਤੇ ਇਸ ਕਰਕੇ ਸਾਰਿਆਂ ਨੂੰ ਜਿਹੜਾ ਕਿ ਅੱਜ ਟੀਚਰਾਂ ਨੂੰ ਮੈਨੂੰ ਸਨਮਾਨ ਤਾਂ ਮੈਂ ਕਰਨਾ ਆ ਤੇ ਮੇਰੇ ਕੋਲ ਡਿਪਾਰਟਮੈਂਟ ਦੇ ਸਾਡੇ ਜਿਹੜੇ ਮਹਾਨ ਹੀਰੇ ਆ ਜਿਹਨਾਂ ਨੇ ਆਪਣੇ ਜ਼ਿਲ੍ਹੇ ਦਾ ਨਾਮ ਚਮਕਾਇਆ ਤੇ ਉਹਦਾ ਅਗਵਾਈ ਕਰਦੇ ਆ, ਉਹਨਾਂ ਨੂੰ ਮੈਂ ਕਿਹਾ ਜਿਹਦਾ ਸਾਨੂੰ ਕਰਦੇ ਆ ਅਸੀਂ ਉਹਨਾਂ ਨੂੰ ਸਿਰਤੇ ਆ। ਤੇ ਭੰਗਲ ਸਾਹਿਬ ਜੀ ਨੇ ਕਿਹਾ ਸੁਰਿੰਦਰਪਾਲ ਜੀ ਨੇ ਤੁਸੀਂ ਉਹਨਾਂ ਨੂੰ ਵੀ ਅਗਵਾਈ ਜ਼ਰੂਰ ਕਰੋ। ਉਹਨਾਂ ਦੇ ਵਿੱਚ ਮੇਰੇ 3 BM ਆਏ ਆ ਤੇ ਸਾਡੇ ਜ਼ਿਲ੍ਹੇ ਦੇ ਕਮਾਂਡੀ ਮੇਰੇ ਭੰਗਲ ਜੀ ਆ, ਐਸਪੀ ਸਾਡੇ ਸਾਇੰਸ ਸਤਨਾਮ ਸਿੰਘ ਜੀ ਆ। ਫਿਰ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ, ਖਾਸ ਕਰਕੇ ਸੁਰਿੰਦਰਪਾਲ ਭੰਗਲ ਜੀ ਦਾ ਜਿਨ੍ਹਾਂ ਨੇ ਅੱਜ ਇਸ ਪਰਿਵਾਰ ਵੱਲੋਂ ਜਿਹੜਾ ਅੱਜ ਕੰਮ ਕਰਕੇ ਜਾ ਰਹੇ ਆ ਸਨਮਾਨ ਕਰਕੇ ਤੁਹਾਡੇ ਅਸੀਂ ਵੀ ਲਵਾਂਗੇ। ਔਰ ਅਸੀਂ ਆਲੇ ਦੁਆਲੇ ਵੀ ਦੱਸਾਂਗੇ ਸਾਡੇ ਦੇਖੋ ਟੀਚਰ ਨੂੰ ਸ਼ਾਬਾਸ਼ ਮਿਲਦੇ ਹੋ ਸਾਡੇ ਮੋਟੇ ਹੱਥੀ ਮਿਲਦੇ ਇਸ ਦਾ ਜਵਾਬ ਪੜ੍ਹਿਆ ਟੀਚਰ ਸਾਡੇ ਸਾਰੇ ਜ਼ਿਲ੍ਹੇ ਨੂੰ ਬਹੁਤ ਵਧੀਆ ਹੈ। ਚਲੋ ਕੁਛ ਐਫਰਟ ਜ਼ਿਆਦਾ ਹੀ ਕਰਦੇ ਆ ਕਿ ਕੁਛ ਅਵਾਰਡ ਲੈ ਜਾਂਦੇ ਆ ਤੇ ਕੁਛ ਨਹੀਂ ਵੀ ਮਿਲਦਾ। ਚਲੋ ਇਹਨਾਂ ਨੂੰ ਸਾਨੂੰ ਮਹਿਸੂਸ ਹੋਣਾ ਚਾਹੀਦਾ ਕਿ ਸਾਨੂੰ ਕੁਛ ਮਿਲਿਆ ਨਹੀਂ, ਮਿਲੂਗਾ ਜ਼ਰੂਰ ਪਰਮਾਤਮਾ ਨੇ। ਇਸ ਕਰਕੇ ਮਿਹਨਤ ਨਾਲ ਲਾ ਕੇ ਹਮੇਸ਼ਾ ਕਰਨੀ ਚਾਹੀਦੀ ਮਿਹਨਤ ਤੁਸੀਂ ਬੱਚੋ ਔਰ ਨਸ਼ੇ ਤੋਂ ਜ਼ਰੂਰ ਬਚੋ। ਖਾਸ ਕਰਕੇ ਕੋਈ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਦਾ ਬੱਚਾ ਨਸ਼ੇ ਤੋਂ ਬਚਿਆ ਉਹਦੇ ਜਿੰਨਾ ਪਰਿਵਾਰ ਕੋਈ ਸੁਖੀ ਨਹੀਂ ਹੈਗਾ ਤੇ ਜਿਹੜਾ ਬੱਚਾ ਨਸ਼ੇ ਤੋਂ ਚਲਾ ਗਿਆ ਭਾਵੇਂ ਸਾਡੇ ਕੋਲ ਪੈਸਾ ਵੀ ਆ ਉਹਦੇ ਜਿੰਨਾ ਕੋਈ ਸੁਖੀ ਨਹੀਂ ਹੈਗਾ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਬੇਟੀਆਂ ਨੂੰ ਬੇਟੀਆਂ ਨੂੰ ਬੈਠੀਆਂ ਦਿਨ ਰਾਤ ਪੜ੍ਹੋ, ਆਪਣੇ ਪਿੰਡ ਦਾ ਨਾਮ ਵੀ ਉੱਚਾ ਕਰੋ, ਸਾਡਾ ਨਾਮ ਵੀ ਉੱਚਾ ਕਰੋ ਤੇ ਇਹਨਾਂ ਦਾ ਨਾਮ ਵੀ ਉੱਚਾ ਕਰੋ ਕਿ ਜਿਹੜਾ ਨੇ ਤੁਹਾਨੂੰ ਐਡੀ ਵਧੀਆ ਟ੍ਰੇਨਿੰਗ ਦਿੱਤੀ ਹੈ। ਲਾਸਟ ਵਿੱਚ ਮੈਂ ਬਹੁਤ ਧੰਨਵਾਦ ਕਰਦਾ ਤੇ ਵਰਿੰਦਰ ਬੰਗਾ ਜੀ ਸਮੇਂ ਦੀ ਰਾਜ ਨੂੰ ਜ਼ਰੂਰ ਦੇਖਾਂਗੇ ਕਿ ਇਹਨਾਂ ਦੀ ਨੂੰ ਜਾਣਾ ਹੈ ਤੇ ਦੋ ਸ਼ਬਦ ਆਪਣੇ ਵਰਿੰਦਰ ਬੰਗਾ ਜੀ ਬੋਲਣ ਦੇ ਬਾਅਦ ਉਸ ਤੋਂ ਬਾਅਦ ਸਾਡੇ ਜਿਹੜੇ ਅੱਜ ਦੇ ਵਕਤ ਨਾਲ ਉਹ ਆਪਣਾ ਮੈਸੇਜ ਦੇਣਗੇ। ਧੰਨਵਾਦ। ਸਾਡੇ ਸਟਾਫ ਦੇ ਜਿਹੜੇ ਟੀਚਰ ਹੈ ਇੱਕ ਸਾਡੇ ਬੋਲਣਾ ਕਰਨਾ ਦੱਸਣਾ ਕਰਨਾ ਸਾਰਿਆਂ ਨੂੰ ਕਿ ਸਾਡੇ ਕੋਲ ਸਕੂਲ ਹੈ ਜਿੱਥੇ 2 ਸਟੇਟ ਅਵਾਰਡ ਨੂੰ ਟੀਚਰ ਹੈ ਤੇ ਪਿੱਛੇ ਜਿਹਾ ਜਦ ਮੌਕਾ ਮਿਲਿਆ ਇਹ ਟੀਮ ਨੂੰ 4 ਸਟੇਟ ਅਵਾਰਡ ਦੀ ਸਿਲੈਕਸ਼ਨ ਕਰਨ ਦਾ ਤੇ ਮੇਰੀ ਕੋਈ ਲੜਕੀ ਹੈ ਬਹੁਤ ਮਿਹਨਤ ਕਰਾ ਰਹੀ ਹੈ। ਹਿੰਦੀ ਵਿੱਚ ਹੋਣ ਦੇ ਨਾਲ ਨਾਲ ਕੁੜੀ ਨੇ ਇੰਗਲਿਸ਼ ਵੀ ਤੇ ਐਸਐਸ ਵੀ ਬਣਾਇਆ ਤੇ ਡਾਕਟਰ ਸੁਰਿੰਦਰ ਸਿੰਘ ਮੇਰੇ ਨਾਲ ਦੀ ਟੀਮ ਦੇ ਵਿੱਚ ਤੇ ਸਾਨੂੰ ਖੁਸ਼ੀ ਹੋਈ ਕਿ ਸਾਡੀ ਸਿਲੈਕਸ਼ਨ ਨਾਲ ਉਹਨੂੰ ਸਟੇਟ ਅਵਾਰਡ ਮਿਲਿਆ ਤੇ ਇਹ ਬਹੁਤ ਵਧੀਆ ਇੱਕ ਗੱਲ ਇਹ ਕਿ ਹੋਇਆ ਜੇ ਮਿਡਲ ਸਕੂਲ ਦੇ ਉੱਤੇ ਸ਼ਹਿਰ ਆਇਆ ਤਾਂ ਨਿਰਮਲ ਵੀ ਸਾਡੇ ਨਿਰਮਲ ਵੀ ਆ ਪ੍ਰੋਗਰਾਮ ਮੇਰੇ ਛੋੜਿਆ ਆਪਾਂ ਇਕੱਠੇ ਕੋਚਿੰਗ ਕੀਤਾ ਪੜ੍ਹ ਵੀ ਜਾਂਦੇ ਤੇ ਇਹ ਪ੍ਰਾਇਮਰੀ ਵੀ ਬਹੁਤ ਮਿਹਨਤ ਕਰਾ ਰਹੇ ਨਾਲ ਕਰਨ ਵੀ ਆ ਤੇ ਹੁਣ ਅਜੀਤ ਨੂੰ ਵੀ ਆ ਸਕੂਲ ਦੇ ਵਿੱਚ ਟੀਚਰ ਆ ਗਿਆ ਇੰਗਲਿਸ਼ ਟੀਚਰ ਵੀ ਆ ਤੇ ਸਾਡੇ ਸਕੂਲ ਦੇ ਵਿੱਚ ਸਟਾਫ ਪੂਰਾ ਉਹਨਾਂ ਬੱਚਿਆਂ ਨੂੰ ਵਾਸਤੇ ਦਾ ਨਵਾਂ ਸੌਫਟਵੇਅਰ ਹੈ। ਹਰ ਇੱਕ ਬੱਚੇ ਨੂੰ ਨਾ ਸਰਕਾਰ ਨੇ ਇੱਕ ਮਿਸ਼ਨਰੀ ਦੀ ਪੈਸੇ ਭੇਜਿਆ 6ਵੀਂ ਤੋਂ 12ਵੀਂ ਤੱਕ ਤੇ ਉਹ ਕਮੇਟਾ ਦੀ ਵਾਰ ਤੱਕ ਵੀ ਉਹਨਾਂ ਦਾ ਰਹਿੰਦਾ ਤੇ ਹੋਰ ਵੀ ਬਹੁਤ ਸਾਰਾ ਮਟੀਰੀਅਲ ਕੁਆਲਿਟੀ ਇੰਪਰੂਵ ਕਰਨ ਲਈ ਗਵਰਨਮੈਂਟ ਨੇ ਭੇਜਿਆ ਤੇ ਕਿਸੇ ਵੀ ਬੱਚੇ ਨੂੰ ਫੋਟੋ ਸਟੇਟ ਵੀ ਆਪਣੇ ਕੋਲ ਨਾ ਕਰਾਣੀ ਪਵੇ। ਇਹ ਅਕੈਡਮਿਕ ਕਲਾ ਦੀ ਜੋ ਬੱਚਿਆਂ ਨਾਲ ਸੰਬੰਧਿਤ ਸੀ ਤੇ ਜਿਹੜੇ ਸਾਡੇ ਭੰਗਲ ਸਾਹਿਬ ਹੈ ਇਹਨਾਂ ਨੇ ਸਾਡੇ ਸਨਮਾਨਿਤ ਕਰਕੇ ਜਾ ਰਹੇ ਆ ਉਹਨਾਂ ਦੇ ਰਿਗਾਰਡਿੰਗ ਮੈਂ ਗੱਲ ਕਰਨੀ ਚਾਹੁੰਦਾ ਇੱਕ ਮੋਟੀਵੇਸ਼ਨ ਹੁੰਦੀ ਹੈ ਤੇ ਅੱਜ ਤੱਕ ਮੈਂ ਵੀ 1142 ਟੀਚਰ ਨੂੰ ਮੋਟੀਵੇਟ ਕਰ ਚੁੱਕਾ ਸਰਟੀਫਿਕੇਟ ਦੇ ਕੇ ਜਾਂ ਮੈਡਲ ਦੇ ਕੇ ਜਾਂ ਕਿਸੇ ਵੀ ਨਾਲ ਇਹਦੇ ਰਿਜ਼ਲਟ ਬਹੁਤ ਵਧੀਆ ਆ ਰਹੇ ਆ। ਇਹ ਭੰਗਲ ਸਾਹਿਬ ਕਹਿੰਦੇ ਸੀ ਸਾਡੇ ਐਨਆਰਆਈ ਪਹੁੰਚ ਹੋ ਗਿਆ
मैं स्टेज से जाने नहीं चाहता सारे टीचर को जे टीचर चंगे तो पिंड वाले चंगे होगी ये पक्की गल है तो लेक्चर नहीं है उसी को लगता पूरा काम कर रहे थोड़ा स्टेज पे चला है तो पिंड वाले की नाम की गल है कि तुम आपको पढ़ा रहे हो ਤੁਹਾਡੀ ਮੋਟੀਵੇਸ਼ਨ ਨਾਲ ਇੱਕ ਟੀਚਰ ਨੂੰ ਹੋਰ ਤੇ ਕਰਵਾਉਣ ਵਾਲਾ ਤੇ ਤੁਹਾਡੇ ਜਿਹੜੇ ਰਿਜ਼ਲਟ ਵਧੀਆ ਆ ਰਹੇ ਆ ਉਹ ਅਸੀਂ ਜਿਹੜੇ ਰਿਜ਼ਲਟ ਵਿੱਚ ਜੋੜ ਕੇ ਸਾਡਾ ਵਧੀਆ ਨਾ ਪੜਨਾ ਤੇ ਸਮੂਹ ਸਕੂਲ ਵਾਸੀਆਂ ਨੂੰ ਵਿਦਿਆਰਥੀਆਂ ਨੂੰ ਤੇ ਜਿੰਨੇ ਵੀ ਮੈਂਬਰ ਸਾਰੇ ਆਏ ਹੋਏ ਆ ਪਿੰਡ ਦੇ ਨਵਾਂਦੇ ਇਹਨਾਂ ਦਾ ਜੀ ਭੰਗਾ ਸਾਹਿਬ ਤੇ ਸਾਰਿਆਂ ਨੂੰ ਇਹਨਾਂ ਲਈ ਮੁਬਾਰਕਾਂ ਜੀ ਤੇ ਅੱਜ ਦੇ ਫੰਕਸ਼ਨ ਨੂੰ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਪਿੰਡਾਂ ਦੇ ਲੋਕ मतलब ऐसी मोटिवेशन लै रहे साढ़े बच्चों वाले ये बच्चों को ऐसा ही समझना कि सरकारी स्कूलों में बच्चे पढ़ते हैं मेरी अपनी बेटी की मैं सरकारी अपने को पढ़ाई की वो 3 साल बचे हैं वो नाम के बच्चे प्लस 2 कर रहे थे वो PSC बच्चा PSC से हो गया LKG UKG नर्सरी तो बाकी बच्चों नाल होशियार है गवर्नमेंट स्कूल एक वधिया स्कूल है इतने साढ़े ट्रेन टीचर है ਤੇ ਤੁਹਾਨੂੰ ਸਾਰੇ ਟ੍ਰੀਟਮੈਂਟ ਕਰ ਰਹੇ ਆ ਵੱਖ-ਵੱਖ ਟੀਮ ਲਾਈ ਹੈ ਸਰਕਾਰੀ ਸਾਡੇ ਹੈਡ ਹੈ ਤੇ ਮੈਂ ਬੇਨਤੀ ਕਰਦਾ ਜਿੰਨੇ ਵੀ ਮੈਂਬਰ ਹੈ ਕਿ ਵੱਧ ਤੋਂ ਵੱਧ ਬੱਚੇ ਦਾਖਲ ਕਰਾਓ ਤੇ ਇਹ ਬੱਚਿਆਂ ਦਾ ਭਵਿੱਖ ਵਧੀਆ ਤੇ ਪੋਟੈਂਸ਼ੀਅਲ ਵੀ ਸਕੂਲਾਂ ਦੇ ਵਿੱਚ ਸਮਾਲ ਕਲਾਸ ਨੂੰ ਵੀ ਹਾਂਜੀ ਜੋ ਬਾਹਰਲੇ ਦੇਸ਼ਾਂ ਵਿੱਚ ਮੈਂ ਗ੍ਰਾਂਟ ਵੀ ਦੇਖਿਆ ਜਾ ਕੇ ਜੋ ਐਜੂਕੇਸ਼ਨ ਦੀ ਕੁਆਲਿਟੀ ਉਹ ਸਾਡੇ ਟੀਚਰ ਪ੍ਰੋਵਾਈਡ ਕਰਾ ਰਿਹਾ ਲਾਪੇ ਮੈਂ ਸਾਰੇ ਮੈਂਬਰ ਦਾ ਥੈਂਕ ਕਰਦਾ ਤੇ ਸਪੈਸ਼ਲੀ ਬੱਚਿਆਂ ਦਾ ਜਿਹੜੇ ਇੰਨੀ ਗੱਲਬਾਤ ਸੁਣਦੇ ਆ ਨਹੀਂ ਬੱਚੇ ਬੈਠੇ ਹੁੰਦੇ ਆ ਗੱਲਾਂ ਕਰਦੇ ਹੁੰਦੇ ਇਹਨਾਂ ਦਾ ਵੀਡੀਓ ਕੰਟੈਕਟ ਜਿਹੜਾ ਵੀ ਪਤਾ ਕਰਦਾ ਉਹ ਨਾਲ ਥੈਂਕ ਯੂ ਵੈਰੀ ਮਚ बहुत बहुत वेलकम करना मैं तो बंदा सर इकट्ठे ही दोनों कीतिया तो क्लास में गए तो आप भी मिलूंगा जी बहुत मेहनती टीचर है तो हम सानू जिले तो बैठ के जो दिशा निर्देश तो देते रहते हैं तो जो भी डिपार्टमेंट सानू एक्टिविटीज कर रही उन्होंने बारे सारा कुछ समय समय दिशा निर्देश दे रहे हैं ਤੇ ਮੈਂ ਇੱਕ ਹੋਰ ਗੱਲ ਕਰਦਾ ਕਿ ਜਿੱਦਾਂ ਸਰ ਸੁਰਿੰਦਰ ਸਾਹਿਬ ਨੇ ਪਰ ਤੁਸੀਂ ਦੇਖੋ ਕਿ ਇੱਕ ਸਕੂਲ ਦੀਆਂ ਕਿੰਨੀਆਂ ਐਫਰਟ ਹੋ ਸਕਦੀਆਂ ਕਿ ਇੱਕ ਪਿੰਡ ਦੇ ਵਿੱਚ ਸ਼ਹਿਰ ਤੋਂ ਬੱਚੇ ਆ ਰਹੇ ਪੜ੍ਹਨ ਇੱਕ ਪਿੰਡ ਦੇ ਵਿੱਚ ਇੱਥੋਂ 5-6 ਕਿਲੋਮੀਟਰ ਸ਼ਹਿਰ ਆ ਉਸ ਸ਼ਹਿਰ ਤੋਂ ਸ਼ਹਿਰ ਦੇ ਮੇਰੇ ਖਿਆਲ ਘੱਟੋ-ਘੱਟ 20-25 ਸਕੂਲ ਹੋਣੇ ਆ ਮਿਡਲ ਸਕੂਲ ਪ੍ਰਾਇਮਰੀ ਸਕੂਲ ਜਾਂ ਆਪਾਂ ਪਾ ਕੇ ਦੇਖੀਏ ਸ਼ਹਿਰ ਦੇ ਵਿੱਚ 20-25 ਸਕੂਲ ਹੋਇਆ ਉਹਨਾਂ ਸਕੂਲਾਂ ਨੂੰ ਛੱਡ ਕੇ ਤੁਹਾਡੇ ਪਿੰਡ ਅਮਰਗੜ੍ਹ ਦੇ ਸਕੂਲ ਦੇ ਵਿੱਚ ਸ਼ਹਿਰੋਂ ਟੂਰਪੁਰ ਤੋਂ ਗੱਲ ਕਰਦੇ ਪਏ ਸੀਗੇ ਉੱਥੋਂ ਬੱਚੇ ਜਾਂਚ ਕਲੋਨੀ ਤੋਂ ਬਹੁਤ ਸਾਰੇ ਬੱਚੇ ਜਿਹੜੇ ਆ ਰਹੇ ਆ ਮਤਲਬ ਮੈਂ ਦੁਬਾਰਾ ਫਿਰ ਆਪਣੀ ਗੱਲ ਨੂੰ ਉਸ ਨੂੰ ਰਿਪੀਟ ਕਰਦਾ ਕਿ ਪਿੰਡ ਵਾਲਿਆਂ ਨੂੰ ਦੁਬਾਰਾ ਫਿਰ ਇਹੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਆ ਉਹ ਇੱਥੇ ਲਗਾ ਕੇ ਇਹ ਸਰਕਾਰੀ ਸਕੀਮਾਂ ਦਾ ਲਾਭ ਜ਼ਰੂਰ ਲੈਣਾ ਤੇ ਹੁਣ ਮੈਂ सरदार सुरिंदरपाल जी भंगल जी बच्चों को बेनती करना कि वो जोरदार क्लैपिंग कर सरदार सुरिंदर सिंह भंगल जी मेरे सरकार जो प्यारे बच्चों हाजरीन मेरे वालों बहुत बहुत मुबारक और बच्चों मैं सुनिया मतलब हम गल्लां बातां मैं भी बैठा सोच रहा जी बच्चों की घाट है सोचने वाली ये गल है कि बच्चों की घाट किहड़े हिसाब नाल बच्चे होण जद मैनूं गल दसो जे इत्थे राजना आउंदे वो भी दस दिओ भी आह चीज़ तुसीं रखो जी उन्होंने तो शायद कोई बच्चा आए जाए ਇਹ ਟੋਟੀਆਂ ਕਰ ਰਹੀਆਂ ਜਾਂ ਹੋਰ ਲਾਜ ਦੇ ਰਹੀ ਤੇ ਬਾਕੀ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਦੇਖੋ ਇੱਕ ਨਰਸਰੀ ਆ ਛੋਟੀ ਨਰਸਰੀ ਦੇ ਵਿੱਚੋਂ ਅਸੀਂ ਦੇਖੀਦਾ ਜਿਹੜੇ ਨਿੱਕੇ ਬੱਚੇ ਹੁੰਦੇ ਆ ਨਾ ਜਿਹੜਾ ਬੇਸ ਪਾਉਂਦਾ ਬੇਸ ਆਲਵੇਜ਼ ਜਦ ਤੁਹਾਡਾ ਬੇਸ ਚੰਗਾ ਹੈ ਤਾਂ ਤੁਹਾਡੀ ਗਰੋਥ ਵੀ ਚੰਗੀ अगर थोड़ा बेस ही मारा खेली जाते हैं सारे जन बोलना के प्यो का फिर तो सुने नहीं होगी पता कहाँ भी नहीं पढ़ना चाहे क्यों
क्योंकि असल ये जो यूनिट होंगे जिदा चौथी तो बाद जो स्कूल सैपरेट हो गया जी, चौथी नहीं आया बेस भी मेहनत रखाऊंगा, माफ करना हो सकता मैं गलत बोल रहा हूँ पर नहीं, क्योंकि मेरे अंदाजे के मुताबिक अगर थोड़ा बेस चंगा तो फिर तो सारा कुछ चंगा। बाकी मैं बच्चों गल इतना है ना, मैनू मास्टर भी कहा कि फिर मैं पूछा कि मैं क्या कितने बच्चे थोड़े 7वीं क्लास के ਵਿੱਚੋਂ चंगे नंबर लैके आए, इन्हीं मैंने दसिया कि 3 लड़कियां, मैं चलो ठीक है, मैं बड़ी इज्जत करदा क्योंकि ये धियां चलो आवाज हो गई, लेकिन मैंने अफसोस हुआ कि इन्ने मुंडिया जो कोई नहीं है। क्यों ये थोड़ा जिहा देखो ना, बंदा सवाल तो पहला करता ही है, होता ही है जो हमारी मोटी मारन जवाब है। तो चलो ठीक है, मैं नहीं कहता कि ये कोई लड़कियां मैं कोई नहीं कहता कि ये उम्र हो रही है, लेकिन बच्चों तुम भी ख्याल रखो, तुम जितने मोटे बैठे हैं थोड़ा भी फर्क होगा, तुम भी कहाँ जाना और कहाँ जाके तुम एक जगह अफसर बनना और गलियां पोस्टर ले आना, ये थोड़ा तुम खाई नहीं रहे, हिम्मत करो। ये स्कूल तो स्कूल है, ये नौ तो नौ है, मैं 80 साल का होना, मेरा हम की पता नहीं कितना जब नहीं मारा किनारे रुपये वाली गल है, मैनू दसो मैं थोड़े लिए की गल है कि मैं जाना जाता की कुछ दे सकना जिन्नी मेरी हिम्मत है। चलो मैं इतना जवाब करना मुड़िया नाल जवाब करना, तुम जो अगले मतलब चौथी पंजवीं फर्स्ट आऊगा ना मुंडा, मैं सोने का लौट नहीं चाहे सोना दी हो ऐसी गल मैं भी हम आना है तुम आगे हम जे तुम कहो कोई बात नहीं लौट नहीं लोग ये तो मुश्किल है पढ़ना ठीक है। बाकी ये मेरी बच्चों बेनती आ अपनी प्यार भावना रहना तो एजुकेशन लैनी जो थोड़े काम आऊगी, एक गल याद रखो दुनिया दी सारिया चीज़ां गुम हो सकती, लेकिन एजुकेशन एक और चीज़ है जिन्होंने ना चोर लैके जा सकता ना अग खान करनी है, मतलब कोई हार हो ही नहीं सकता। एजुकेशन तो सारा कुछ है, देखो मेरा लड़का है इसमें सारे बायोलॉजी का नाम है, क्यों जो बच्चे हर लगता होता फिर होना ये मारे गल है, क्योंकि उन्होंने एजुकेशन ली आ चंगे किसी लैवल से गया है, इस वे वो 10 वकील काम करते जे मां है तो वह ही मां है, इस वे भंगा का इधर का मार थोड़ी नाम अब किया उधर तकरीबन दुनिया में जानते हैं भंगा है इन्हीं दोनों मतलब फिर मैं बेनती होर भी करता हूँ जे साडा स्कूल थोड़ा जिहा अपग्रेड हो जाए तो बहुत अच्छी गल है। मैं ऑफिसर बन के उसका बेनती कर सकते होर असीं किसी नूं कह सकते ही है, बाकी जो कुछ सानूं कहोगे असीं करने लई तैयार है, क्योंकि मैं चाਹੁंदा साडे निआणे बिल्कुल सही सलामत इत्थों जाणगा जिथे भी जाने। तो बहुतियां गल्लां भी करदियां जानदे तां तुसीं भी सारा कुछ एजुकेशन का कहानी है कि रात को थोड़ा बहुत पढ़ो, ये मेरी खेली जाना आगे बड़ी मर्जी है, मैं कुछ नहीं कहना। फिर बात होना हो ये कहते कि मेरे पास छोटी भी है चलो खैर वो तो प्यार दियाँ होंगे अभी भी माने रहे ऐसी गल नहीं है। चलो इन्ना कुछ कहना होया मैं जिन्ना गल हो गई यार हम की कही जाना तुम जान मैं थोड़ा भी बहुत थैंक्स करना और जिन्हें आए उस वेले इन्हों का बहुत थैंक्स करना और इन्हों की हमदर्दी जी ये स्कूल साढ़े भी हमदर्दी है, साढ़े सारे की हमदर्दी है। तो इन्ना मुश्किल होया जाके मैं जो बच्चे
3 कुड़ियां मैं लड़कियों का नाम लिया सी। साडी पहली बहुत मैं कहूँगा अपने को बहुत धन्नवादी हाँ ते पूरे वार्ड की जानी है ते ये साडे कोल आपे सिंह डब्बोवाल भी पहुंचे आ जो सैंटर का फंक्शन की साडा वो प्रिंट मीडिया और भी बनाया जी फोटो जरूर कर लियो ते वो भी साडे उन्होंने भी धन्यवाद सारे खास करके प्रिंट मीडिया का साडा बहुत बहुत धन्यवाद जो अपना साथ देते हैं जगबाणी पंजाब केसरी दैनिक भास्कर ते अजीम वाले ते हिंदू वो मतलब द्वारा ਇਹਦੇ ਵਿੱਚ ਸਾਡੇ ਕੋਲ ਅੱਜ ਜਿਹੜਾ ਮੈਂ ਸੈਕਿੰਡ 2 ਮਿੰਟ ਦਾ ਲਊਂਗਾ ਜ਼ਰੂਰ ਕਿਉਂਕਿ ਸਾਡੇ ਵਾਸਤੇ ਬਹੁਤ ਵੱਡੀ ਇੱਕ ਨਵੀਂ ਮਿਲਦੇ ਆ ਇਹ ਜੋ ਭਗਤ ਸਾਹਿਬ ਅੱਜ ਕਰਕੇ ਜਾ ਰਹੇ ਆ ਇਹ ਜਿੰਨੇ ਵੀ NRI ਆ ਪੂਰੇ ਨਵੇਂ ਜ਼ਿਲ੍ਹੇ ਦੇ ਮੈਂ ਬਾਕੀ ਜ਼ਿਲ੍ਹੇ ਦਾ ਮੈਨੂੰ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਇਹ ਪਹਿਲੇ ਸਕੂਲ ਹੋਊਗਾ ਭੰਗਲ ਕੋਲ ਹਮੇਸ਼ਾ ਪਹਿਲੀਆਂ ਸੁਰਖੀਆਂ 'ਚ ਰਿਹਾ ਆ ਹੁਣ ਵੀ ਇਸ ਸੁਰਖੀਆਂ 'ਚ ਰਹੂਗਾ। ਮੇਰੇ ਡਿਪਾਰਟਮੈਂਟ ਦੇ ਵੀ ਅੱਜ ਆਏ ਵੀ ਆ ਇਹ ਵੀ ਦੱਸੂਗੇ ਸਿੰਦਰਪਾਲ ਭਗਤ ਜੀ ਜਿਹੜੇ ਸਾਡੇ ਅਸੀਂ 3 ਲੜਕੀਆਂ ਇਹਨਾਂ ਨੂੰ ਅਸੀਂ ਇੱਕ ਲੜਕੀ ਦਾ ਕਿਹਾ ਸੀ ਇਹਦੇ ਵਿੱਚ ਜਿਹੜੀ ਸਾਡੀ ਨਵੇਂ ਮਿਡਲ ਸਕੂਲ ਦੀ ਹੀਰੋ ਆ ਉਹ ਸਾਡੇ ਕੋਲ ਆਪਣੀ ਗਾ ਕੇ ਸੀਤਾ ਰਾਣੀ ਆ ਸੋਹਣੇ ਦੀ ਇਹ 7ਵੀਂ ਕਲਾਸ ਦੇ 8ਵੀਂ ਕਲਾਸ ਦੇ ਬੱਚੇ ਜਿਹੜਾ 7ਵੀਂ ਜੋ ਕੀਤਾ ਹੀ ਉਸ ਤੋਂ ਬਾਅਦ ਸਾਡੇ ਕੋਲ ਪ੍ਰੀਤੀ ਭੰਗਲ ਕਰਾਂ ਦੀ ਕੁੜੀ ਆ ਜਿਹੜੀ ਬਹੁਤ सन्मान कर रहे हैं सिरंदरपाल सिंह जी यूके वाले बहुत बहुत धन्यवाद। लास्ट में 6वीं क्लास का बच्चा जो बहुत बुरा बच्चा तो साढ़े DSO साहब ने मंगा साहब ज्वाइन करेगा सन्मान करेगा। साड़ी नवे मिडल स्कूल की हीरो आ वो साड़ी को अपनी गा के सीता रानी हो सोने की ये 7वीं क्लास 8वीं क्लास के बच्चे जब 7वीं जो ਕੀਤਾ ਹੀ ਉਸ ਤੋਂ ਬਾਅਦ ਸਾਡੇ ਕੋਲ ਪ੍ਰੀਤੀ ਭੰਗਲ ਕਰਾਂ ਦੀ ਕੁੜੀ ਆ ਜਿਹੜੀ ਬਹੁਤ सन्मान कर रहे हैं सिरंदरपाल सिंह जी यूके वाले बहुत बहुत धन्यवाद। लास्ट में 6वीं क्लास का बच्चा जो बहुत बुरा बच्चा तो साढ़े DSO साहब ने मंगा साहब ज्वाइन करेगा सन्मान करेगा। जिन्हें जिला मीडिया में सुने नहीं उनका तो जारिया जी हाँ ऐसी गल कि जो शकील किया ਉਹਦੇ ਲਈ ਜਾਨੀ ਗੱਲ ਇਦਾਂ ਵੀ ਇਹਦੇ ਲਈ ਮੈਂ ਸਪੈਸ਼ਲ ਲੈਂਦਾ ਨਾਲ ਸੀ ਮੈਂ ਕਹਿੰਦਾ ਫੌਜ ਪਾਉਣ ਵਾਪਸ ਗਾਹਾਂ ਨੂੰ ਜਿਹੜਾ ਫਾਸਟ ਉਹ ਇਦਾਂ ਹੀ ਮਿਲੂ ਉਹਨੂੰ ਬਹੁਤ ਧੰਨਵਾਦ ਸੁੰਦਰਪਾਲ ਭਗਤ ਜੀ ਦਾ ਜਿਨ੍ਹਾਂ ਨੇ ਸਾਡੇ ਯੁਵਾ ਸਟੇਟ ਵਾਲੀ ਨੂੰ ਸੋਹਣੇ ਮੁੰਦਰੀ ਦੇ ਨਾਲ ਸਨਮਾਨਿਤ ਕੀਤਾ ਤੇ ਬਾਕੀ ਦੇ ਜਨਾਂ ਨੇ ਵੀ ਸਾਨੂੰ ਸੋਹਣੇ ਦੀਆਂ ਝੜੀਆਂ ਲਾਤੀਆਂ ਫਾਸਟ ਨਦੀਆਂ ਨੂੰ ਮਸਾਲਿਆ ਜਿੱਦਾਂ ਬਿਲਡਿੰਗ ਵਧੀਆ ਇਹਨਾਂ ਨੇ ਉਂਗਲਾਂ ਵੀ ਸ਼ਿਕਾਰ ਦਿੱਤੀਆਂ ਕੰਨ ਵੀ ਸ਼ਿਕਾਰ ਦਿੱਤੇ ਆ ਤੇ ਇਸ ਕਰਕੇ ਮੇਰਾ ਤਾਂ ਬਹੁਤ ਮਜ਼ਦੂਰੀ ਆ ਤੇ ਸਾਡੇ ਵਾਕਈ ਯੁਵਾ ਸਟੇਟ ਵਾਲੀ ਨੂੰ ਪਹਿਲੇ ਵਾਲੀ ਹੁੰਦੇ ਇਹਨਾਂ ਨੂੰ ਸੋਹਣੇ ਦੀ ਮੁੰਦਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਬਹੁਤ ਬਹੁਤ ਧੰਨਵਾਦ हेलो जी, थोड़ा